ਆਨੰਦ ਬਾਣੀ ਦੀ ਜਿਹੜੀ ਵਿਚਾਰ ਆਪਣੀ ਚੱਲ ਰਹੀ ਹੈ, ਜਿੱਥੇ ਜਿੱਥੇ ਕੋਈ ਜਿਹੜੇ ਸਟੈਂਜ਼ੇਸ ਦੇ ਵਿੱਚ ਜਾਂ ਅੰਕਾਂ ਦੇ ਵਿੱਚ ਕੋਈ ਐਸੇ ਅੱਖਰ ਆਏ ਨੇ ਜਿਨ੍ਹਾਂ ਨੂੰ ਆਪਾਂ ਖੁੱਲ੍ਹ ਕੇ ਐਕਸਪਲੇਨ ਕੀਤਾ, ਉਹਨਾਂ ਨੂੰ ਤੁਸੀਂ ਯਾਦ ਰੱਖਣਾ। ਜਿੱਦਾਂ ਪੰਚ, ਕੁਰਬਾਨ, ਇਹ ਚੀਜ਼ਾਂ ਸਾਰੀ ਗੁਰਬਾਣੀ 'ਚ ਉਹਨਾਂ ਦਾ ਸੇਮ ਮੀਨਿੰਗ ਚੱਲੇਗਾ, ਸਾਰੀ ਗੁਰਬਾਣੀ 'ਚ। ਇਹੀ ਜਿਹੜੇ ਭੇਦ ਅਸੀਂ ਗੁਰਬਾਣੀ ਪੜ੍ਹ ਕੇ, ਗੁਰਬਾਣੀ ਦੀ ਰਿਲੇਟਿਵ ਸਟੱਡੀ ਕਰਕੇ ਕੱਢਣੇ ਨੇ। ਕਹਿਣ ਦਾ ਭਾਵ ਹੈ ਕਿ ਸਭ ਦੀ ਡਿਊਟੀ ਹੈ, ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਅਖਵਾਉਂਦੇ ਨੇ, ਉਹਨਾਂ ਦੀ ਸਭ ਤੋਂ ਮੁੱਖ ਡਿਊਟੀ ਹੈ ਗੁਰਬਾਣੀ ਪੜ੍ਹਨਾ, ਗੁਰਬਾਣੀ ਨੂੰ ਜਾਣਨਾ, ਔਰ ਗੁਰਬਾਣੀ ਜੋ ਕਹਿੰਦੀ ਹੈ ਉਹਦੇ ਤੇ ਅਮਲ ਕਰਨਾ। ਇੱਕ ਕਿਸੇ ਵਿਦਵਾਨ ਨੇ ਲਿਖਿਆ, ਗਿਆਨੀ ਵਿਅਕਤੀ ਜਿਹੜਾ ਉਹਦਾ ਸਟੇਟਸ ਕਹਿ ਲਓ, ਗਿਆਨੀ ਦਾ ਸਟੇਟਸ ਬਹੁਤ ਉੱਚਾ ਹੁੰਦਾ, ਪਰ ਉਹ ਸਟੇਟਸ ਉਸ ਵੇਲੇ ਜ਼ੀਰੋ ਹੈ, ਭਾਵੇਂ ਉਹਨੂੰ ਗਿਆਨ ਹੋਵੇ, ਜਦੋਂ ਉਹ ਉਸ ਗਿਆਨ ਨੂੰ ਆਪਣੇ ਆਪ ਤੇ ਅਮਲ 'ਚ ਨਹੀਂ ਲੈ ਕੇ ਆਉਂਦਾ। ਆਪਾਂ ਇਹ ਗਿਆਨ ਇਕੱਠਾ ਕਰ ਲਵਾਂਗੇ, ਆਪਾਂ ਨੂੰ ਮੀਨਿੰਗਸ ਵੀ ਪਤਾ ਲੱਗੀ ਜਾਣਗੇ, ਲੇਕਿਨ ਜਿਹੜਾ ਮੁੱਖ ਕੰਮ ਹੈ ਉਸ ਗਿਆਨ ਨੂੰ ਅਸੀਂ ਅਮਲ 'ਚ ਲੈ ਕੇ ਆਉਣਾ, ਆਪਣੇ ਤੇ। ਹਰੇਕ ਦੀ, ਹਰੇਕ ਰੂਹ ਦੀ, ਹਰੇਕ ਬੰਦੇ ਦੀ, ਜੀਵ ਦੀ, ਇਸਤਰੀ ਦੀ ਆਪਣੀ ਆਪਣੀ ਜਰਨੀ ਹੈ। ਇਹ ਨਹੀਂ ਪਤਾ ਵੀ ਕਿਸੇ ਨੂੰ ਪਾਤਸ਼ਾਹ ਨੇ ਤਰੁੱਠ ਕੇ ਕੀ ਬਖਸ਼ਿਸ਼ ਕਰ ਦੇਣੀ ਹੈ। ਇਹ ਵੀ ਨਹੀਂ ਪਤਾ ਕਿਸੇ ਨੂੰ, ਕਿਸੇ ਦੇ ਸਾਹ ਕਿੰਨੇ ਲਿਖੇ ਨੇ, ਅੱਜ ਅਸੀਂ ਹਾਂ ਕੱਲ ਨਹੀਂ, ਇਹ ਵੀ ਨਹੀਂ ਪਤਾ। ਸੋ ਆਪਾਂ, ਜਿਹੜਾ ਸਾਡਾ ਫਰਜ਼ ਹੈ, ਜਿਹੜੀ ਸਾਡੀ ਡਿਊਟੀ ਹੈ ਇੱਥੇ ਆਇਆਂ ਦੀ, ਅਸੀਂ ਕਿਤੇ ਅਕਾਲ ਪੁਰਖ ਦੀ ਸੇਵਾ ਤੋਂ ਬਿਨਾਂ ਨਾ ਚਲੇ ਜਾਈਏ। ਪਹਿਲਾਂ ਅਸੀਂ ਸ਼ਬਦਾਂ ਦੇ ਵਿੱਚ ਜ਼ਿਕਰ ਕਰ ਰਹੇ ਹਾਂ, ਡਿਸਕਸ ਕਰ ਰਹੇ ਹਾਂ ਕਿ ਗੁਰਦੁਆਰੇ ਜਾ ਕੇ ਸੇਵਾ ਕਰਨੀ, ਜੋੜੇ ਝਾੜਨੇ, ਉਹ ਸੰਗਤ ਦੀ ਸੇਵਾ ਹੈ। ਲੋਕਾਈ ਦੀ ਸੇਵਾ ਜਿਹੜੇ ਆ ਕੇ ਉੱਥੇ ਬੈਠਦੇ ਨੇ, ਸੰਗਤ ਕਰਦੇ ਨੇ। ਲੰਗਰ ਦੀ ਸੇਵਾ ਕਰਨੀ, ਉਹ ਵੀ ਉਸ ਸੰਗਤ ਦੀ ਸੇਵਾ ਹੈ ਜਿਹੜੇ ਆ ਕੇ ਗੁਰਦੁਆਰਾ ਸਾਹਿਬ ਸੰਗਤ 'ਚ ਬੈਠਦੇ ਨੇ। ਪੰਗਤ ਦੀ ਸੇਵਾ ਕਰਨੀ, ਉਹ ਵੀ ਸੇਵਾ ਹੈ ਉਹਨਾਂ ਨੂੰ ਛਕਾਉਣ ਦੀ। ਗੁਰਦੁਆਰਾ ਸਾਫ਼ ਕਰਨਾ ਇਟਸੈਲਫ ਆਪਣੇ ਆਪ 'ਚ, ਜਿਵੇਂ ਅਸੀਂ ਆਪਣਾ ਘਰ ਸਾਫ਼ ਕਰਦੇ ਹਾਂ, ਇੱਦਾਂ ਅਸੀਂ ਗੁਰੂ ਘਰ ਨੂੰ ਸਫਾਈ ਰੱਖਣੀ ਹੈ, ਕਿਉਂਕਿ ਬਹੁਤ ਸਾਰੇ ਲੋਕ ਉੱਥੇ ਆ ਕੇ ਬੈਠਦੇ ਨੇ, ਸੰਗਤ ਬੈਠਦੀ ਹੈ, ਇਸ ਕਰਕੇ ਅਸੀਂ ਸਤਿਕਾਰ ਕਰਦੇ ਹਾਂ ਕਿ ਸਫਾਈ ਹੋਏ। ਜਿਹੜਾ ਮੁੱਖ ਹੈ ਉਹ ਹੈ ਅਕਾਲ ਪੁਰਖ ਦੀ ਸੇਵਾ। ਉਹ ਅਕਾਲ ਪੁਰਖ ਦੀ ਜਿਹੜੀ ਸੇਵਾ ਹੈ ਉਹ ਕੇਵਲ ਤੇ ਕੇਵਲ ਨਾਮ ਅਭਿਆਸ ਕਰਕੇ ਹੀ ਹੋ ਸਕਦੀ ਹੈ। ਜਿੰਨੀਆਂ ਵੀ ਸੇਵਾਵਾਂ ਅਸੀਂ ਜ਼ਿਕਰ ਕੀਤਾ ਪਹਿਲਾਂ, ਇਹ ਤੁਹਾਨੂੰ ਅਕਾਲ ਪੁਰਖ ਨਾਲ ਨਹੀਂ ਮਿਲਾਉਣਗੀਆਂ। ਠੀਕ ਹੈ, ਗੁਣ ਆਉਣਗੇ ਤੁਹਾਡੇ 'ਚ, ਅੱਛੀ ਗੱਲ ਹੈ, ਸੇਵਾ ਭਾਵਨਾ ਹੋਣਾ, ਨਿਮਰਤਾ ਆਉਣੀ, ਅੱਛੀ ਗੱਲ ਹੈ, ਮੁਬਾਰਕ ਹੈ, ਲੇਕਿਨ ਅਕਾਲ ਪੁਰਖ ਦੇ ਨਾਲ ਮੇਲ ਨਹੀਂ ਕਰਾਉਣਗੀਆਂ ਇਹ ਚੀਜ਼ਾਂ। ਪ੍ਰਾਣੀ ਸਤਿਗੁਰ ਸੇਵ ਸੁਖ ਪਾਏ, ਡਿਕਲੇਅਰ ਕਰਤਾ, ਲਿਖ ਕੇ ਦੇਤਾ। ਇਹ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਹੈ। ਮੈਂ ਥੋੜਾ ਜਿਹਾ ਅੱਜ ਪਹਿਲਾਂ ਫੇਰ ਇੱਕ ਭੂਮਿਕਾ ਸ਼ਬਦ ਦੇ ਵਿੱਚੋਂ ਗਿਆਨ ਸਾਂਝਾ ਕਰਾਂਗਾ। ਕਹਿੰਦੇ ਪ੍ਰਾਣੀ ਸਤਿਗੁਰ ਸੇਵ ਸੁਖ ਪਾਏ।
ਫਿਰ ਅੱਗੇ ਪੱਕਾ ਕਰਦੇ ਆ, ਕਹਿੰਦੇ ਸਤਿਗੁਰ ਸੇਵ ਹੈ ਤਾਂ ਸੁਖ ਪਾਵੇ, ਨਾਹੀਂ ਤਾਂ ਜਾਹੇਗਾ ਜਨਮ ਗਵਾਏ। ਨਾਮ ਜਪ ਕੇ ਹੀ ਅਸੀਂ ਪ੍ਰਭੂ ਨਾਲ, ਪਰਮਾਤਮਾ ਨਾਲ, ਪਰਮੇਸ਼ਰ ਨਾਲ ਇੱਕ ਮਿਕ ਹੋ ਸਕਦੇ ਹਾਂ, ਨਹੀਂ ਤਾਂ ਸਾਡਾ ਜਨਮ ਜਿਹੜਾ ਇਹ ਵਿਅਰਥ ਹੈ। ਨਾਮ ਵੀ ਇੰਨਾ ਜਪਣਾ ਜਿੰਨੇ ਅਸੀਂ ਸਾਹ ਲੈਂਦੇ ਹਾਂ, ਓਨਾ ਅਸੀਂ ਨਾਮ ਜਪੀਏ। ਬੜੇ ਸਹਿਜ, ਬਿਨਾਂ ਕਿਸੇ ਨੂੰ ਖੇਚਲ ਦਿੱਤਿਆਂ, ਆਪਣਾ ਬਹਿ ਕੇ ਪਰਿਵਾਰ 'ਚ ਵੀ ਬੈਠੇ ਹੋ, ਇਹ ਅਭਿਆਸ ਦੇ ਨਾਲ ਚੀਜ਼ਾਂ ਆ ਜਾਂਦੀਆਂ ਨੇ। ਬੱਚਿਆਂ 'ਚ ਵੀ ਬੈਠੇ ਹੋ, ਗੱਲਾਂ ਕਰੀ ਜਾਂਦੇ ਹੋ, ਲੇਕਿਨ ਜਿਹੜਾ ਧਿਆਨ ਹੈ, ਜਿਹਨੂੰ ਧਿਆਉਣਾ ਕਿਹਾ ਹੈ, ਉਹ ਤੁਹਾਡਾ ਪਰਮਾਤਮਾ ਵਾਲੇ ਪਾਸੇ ਹੈ। ਇਹ ਤਾਂ ਹੀ ਹੋਏਗਾ ਜੇਕਰ ਤੁਸੀਂ ਡਟ ਕੇ ਨਾਮ ਅਭਿਆਸ ਕੀਤਾ ਹੋਏਗਾ। ਸੋ ਜੇਕਰ ਅਕਾਲ ਪੁਰਖ ਨਾਲ ਇੱਕ ਮਿਕ ਜਿਹੜਾ ਆਤਮਿਕ ਆਨੰਦ ਜਿਹੜਾ ਅਸੀਂ ਪ੍ਰਾਪਤ ਕਰਨਾ, ਜਿਹਨੂੰ ਸੁੱਖ ਕਿਹਾ ਹੈ, ਸੱਸੇ ਨੂੰ ਔਂਕੜ, ਖੱਖੇ ਨੂੰ ਔਂਕੜ, ਇਹ ਹੈ ਸੁੱਖ, ਆਨੰਦ। ਪਹਿਲਾਂ ਆਪਾਂ ਡੀਟੇਲ 'ਚ ਸਾਰਾ ਦੱਸ ਆਏ ਹਾਂ। ਇਹਦੀ ਜਿਹੜੀ ਅਵਸਥਾ ਦੀ ਪ੍ਰਾਪਤੀ ਹੈ, ਕੇਵਲ ਤੇ ਕੇਵਲ ਨਾਮ ਜਪ ਕੇ ਕੀਤੀ ਜਾ ਸਕਦੀ ਹੈ, ਨਹੀਂ ਤਾਂ ਇਹ ਜਨਮ ਸਮਝ ਲਓ ਕਿ ਵਿਅਰਥ ਚਲਾ ਜਾਣਾ। ਸਤਿਗੁਰ ਤੋਂ ਸਿਵਾਏ, ਸਤਿਗੁਰ ਹੈ ਹੀ ਨਾਮ ਹੈ, ਸਤਿਗੁਰ ਹੈ ਹੀ ਬਚਨ ਹੈ। ਸੱਸਾ ਤੱਤਾ ਤੱਤੇ ਨੂੰ ਸਿਆਰੀ, ਗੱਗੇ ਨੂੰ ਵੀ ਔਂਕੜ, ਰਾਰੇ ਨੂੰ ਵੀ ਔਂਕੜ, ਸੱਤੇ ਗੁਰ। ਨਾਮ ਜਪਣ ਤੋਂ ਬਿਨਾਂ ਕਿਤੇ ਹੋਰ ਇਹ ਸੁੱਖ ਨਹੀਂ ਮਿਲੇਗਾ। ਹਉਮੈ ਦਾ ਰੋਗ ਐਸਾ ਵਿਆਪਿਆ ਹੈ ਸੰਸਾਰ ਦੇ ਅੰਦਰ ਕਿ ਅਸੀਂ ਫੇਰ ਇਸ ਰੋਗ ਨਾਲ ਗ੍ਰਸਤ ਹੋ ਜਾਂਦੇ ਹਾਂ ਔਰ ਜੂਨਾਂ 'ਚ ਭਟਕਦੇ ਹਾਂ। ਮਾਇਆ ਦੇ ਵਿੱਚ ਅਸੀਂ ਸਾਰੇ ਕੰਮ ਕਰਦੇ ਹਾਂ, ਕਰਮ ਅਸੀਂ ਸਾਰੇ ਕਰਦੇ ਹਾਂ ਮਾਇਆ ਦੇ ਵਿੱਚ। ਤੇ ਕੈਸੇ ਬੂਝੇ ਜਬ ਮੋਹਿਆ ਹੈ ਮਾਇਆ। ਹੁਣ ਕੋਲ ਤੁਹਾਡੇ ਪਈ ਹੈ ਰੂੜੀ, ਗੋਹਾ, ਤੇ ਤੁਸੀਂ ਕਹੋ ਵੀ ਮੈਨੂੰ ਗੁਲਾਬ ਦੀ ਖੁਸ਼ਬੂ ਆ ਜੇ, ਇਹ ਸੰਭਵ ਨਹੀਂ ਹੋਏਗਾ। ਤ੍ਰੈ ਗੁਣ ਧਾਤ ਬਹੁ ਕਰਮ ਕਮਾਵੇ, ਹਰ ਰਸ ਸਾਧ ਨਾ ਆਇਆ। ਅਸੀਂ ਮਾਇਆ ਦੇ ਵਿੱਚ ਹਰ ਕੰਮ ਕਰ ਰਹੇ, ਈਵਨ ਕਿ ਜਿਹੜਾ ਤੁਸੀਂ ਸਮਝ ਰਹੇ ਹੋ ਕਿ ਇਹ ਬਹੁਤ ਪਵਿੱਤਰ ਕੰਮ ਹੈ, ਫਰਜ਼ ਕਰ ਲਓ ਪਾਠ ਕਰਦੇ ਹਾਂ ਅਸੀਂ ਬੈਠ ਕੇ ਗੁਰਬਾਣੀ ਦਾ। ਮਹਾਰਾਜ ਕਹਿੰਦੇ ਇਹ ਵੀ ਹੰਕਾਰ ਦੇਗਾ ਤੁਹਾਨੂੰ। ਹੰਕਾਰ ਕੀ ਦੇਗਾ? ਕੀ ਹੁੰਦਾ? ਪਾਠ ਕਰਦੇ ਆ, ਬੰਦਾ ਕਹਿੰਦਾ ਮੇਰੀ ਆਵਾਜ਼ ਬੜੀ ਸੋਹਣੀ ਹੈ। ਕੋਈ ਕਹਿ ਦਿੰਦਾ ਜੀ ਪਾਠ ਭਾਈ ਸਾਹਿਬ ਬੜਾ ਸੋਹਣਾ ਕਰਦੇ ਆ। ਅੱਛਾ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੋੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁੱਟ ਗਿਓ। ਉਹ ਪੰਜ ਨਹੀਂ ਮਰਨੇ ਪਾਠ ਪੜ ਕੇ। ਡਾਕਟਰ ਪ੍ਰਿਸਕ੍ਰਿਪਸ਼ਨ ਲਿਖ ਕੇ ਦਿੰਦਾ, ਪ੍ਰਿਸਕ੍ਰਿਪਸ਼ਨ ਪੜ ਕੇ ਤੁਸੀਂ ਠੀਕ ਨਹੀਂ ਹੋ ਸਕਦੇ ਜਦੋਂ ਤੱਕ ਉਹ ਦਵਾਈ ਉਸ ਵਿਧੀ ਦੇ ਨਾਲ ਫਾਰਮੇਸੀ ਤੋਂ ਜਾ ਕੇ ਨਹੀਂ ਲਓਗੇ। ਰੂੜੀ ਦੇ ਢੇਰ ਕੋਲ ਬੈਠੇ ਹੋ, ਗੋਹੇ ਦੀ ਹੀ ਬਦਬੂ ਆਏਗੀ, ਗੁਲਾਬ ਦੀ ਖੁਸ਼ਬੂ ਨਹੀਂ ਆ ਸਕਦੀ। ਮਹਾਰਾਜ ਕਹਿੰਦੇ ਕੈਸੇ ਬੁੱਝੇ ਜਬ ਮੋਹਿਆ ਹੈ ਮਾਇਆ। ਉਧਰੋਂ ਛੱਡਦਾ ਨਹੀਂ, ਇਧਰ ਦਾ ਪਤਾ ਨਹੀਂ ਲੱਗਦਾ। ਸੰਧਿਆ ਤਰਪਣ ਕਰੇ ਗਾਇਤਰੀ, ਬਿਨ ਬੂਝੇ ਦੁੱਖ ਪਾਇਆ। ਕਹਿੰਦੇ ਤੂੰ ਇੰਨਾ ਹੀ ਸੋਚ ਲਿਆ, ਸੰਧਿਆ ਤਰਪਣ ਸਵੇਰੇ ਸ਼ਾਮ ਆਪਣਾ ਇੱਕ ਫਿਕਸ ਕਰ ਲਿਆ ਵੀ ਸਵੇਰੇ ਮੈਂ 5 ਬਾਣੀਆਂ ਪੜ ਲੂੰਗਾ, ਸ਼ਾਮ ਨੂੰ ਰਹਿ ਕਰ ਲੂੰਗਾ, ਸੌਣ ਲੱਗਾ ਸੋਲਾ ਪੜ ਲੂੰਗਾ, ਤੇ ਚਲੋ ਬਿਨ ਬੂਝੇ ਦੁੱਖ ਪਾਇਆ। ਇਹ ਗੁਰੂ ਅਮਰਦਾਸ ਸਾਹਿਬ ਨੇ ਲਿਖਿਆ, ਸੰਧਿਆ ਤਰਪਣ ਕਰੇ ਗਾਇਤਰੀ। ਸੰਧਿਆ ਸਮਾਂ ਹੁੰਦਾ ਸ਼ਾਮ ਦਾ, ਲੇਕਿਨ ਇੱਥੇ ਸਿੰਬੋਲਿਕ ਵਰਤਿਆ, ਕਹਿੰਦੇ ਟਾਈਮ ਫਿਕਸ ਕਰ ਲਿਆ, ਸਵੇਰ ਦੁਪਹਿਰ ਸ਼ਾਮ ਦੀ ਪੂਜਾ ਕਰੀ ਜਾ ਰਿਹਾ। ਤਰਪਣ, ਤਰਪਣ ਕਹਿੰਦੇ ਹੈ ਆਪਣੇ ਪੁਰਖਿਆਂ ਨੂੰ ਯਾਦ ਕਰਕੇ ਉਹਨਾਂ ਦੇ ਦਿਨ ਮਨਾਉਣੇ, ਉਹਨਾਂ ਦੀ ਪੂਜਾ ਕਰਨੀ।
ਆ ਬਰਸੀਆਂ ਮਨਾਉਣੀਆਂ ਜਿਹੜੀਆਂ ਨੇ ਇਹ ਵਰਜਿਤ ਨੇ ਸਿੱਖ ਧਰਮ ਦੇ ਵਿੱਚ। ਅਸੀਂ ਫੇਰ ਸੰਧਿਆ ਤਰਪਣ ਕਰੇ ਗਾਇਤਰੀ, ਉਹ ਗਾਇਤਰੀ ਦਾ ਪਾਠ, ਮੰਤਰ ਦਾ ਪਾਠ ਪੜ੍ਹਦੇ ਸੀ, ਪਰ ਕਹਿੰਦੇ ਆਤਮਿਕ ਜੀਵਨ ਦੀ ਜਦੋਂ ਤੱਕ ਸੂਝ ਨਹੀਂ ਆਏਗੀ, ਬਿਨ ਬੁੱਝੇ ਦੁੱਖ ਪਾਇਆ। ਜਦੋਂ ਤੱਕ ਅਸੀਂ ਇਹ ਗਿਆਨ ਨੂੰ ਪੜ੍ਹ ਪੜ੍ਹ ਕੇ ਬੁੱਝਾਂਗੇ ਨਹੀਂ, ਸਮਝਾਂਗੇ ਨਹੀਂ, ਕਹਿਣ ਦਾ ਭਾਵ ਇਹਨੂੰ ਪ੍ਰੈਕਟੀਕਲ 'ਚ ਨਹੀਂ ਲੈ ਕੇ ਆਵਾਂਗੇ, ਉਦੋਂ ਤੱਕ ਅਸੀਂ ਉਹ ਸੁੱਖ ਨਹੀਂ ਪਾ ਸਕਦੇ ਜਿਹਨੂੰ ਪਾਉਣ ਖਾਤਰ ਅਸੀਂ ਇੱਥੇ ਆਏ ਹਾਂ। ਫੇਰ ਅੱਗੇ ਹੋਰ ਕਹਿੰਦੇ ਵੀ ਸਤਿਗੁਰ ਸੇਵੇ ਸੋ ਵਡਭਾਗੀ ਜਿਸ ਨੂੰ ਆਪ ਮਿਲਾਏ। ਜਿਹੜੇ ਨਾਮ ਦੀ ਸੇਵਾ ਕਰਦੇ ਆ, ਨਾਮ ਅਭਿਆਸ ਕਰਦੇ ਆ, ਉਹਨਾਂ ਤੇ ਫਿਰ ਅਕਾਲ ਪੁਰਖ ਕਿਰਪਾ ਕਰਦਾ। ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚੋਂ ਆਪ ਗਵਾਏ। ਇਹਦੇ ਨਾਲ ਜਿਹੜੀ ਅੰਦਰੋਂ ਹਉਮੈ ਮਰਨੀ ਹੈ। ਕੇਵ ਕੂੜੈ ਟੁੱਟੈ ਪਾਲ, ਇਹ ਜਿਹੜੀ ਪਾਲ ਹੈ ਨਾ, ਅੰਦਰ ਕੰਧ ਖੜੀ ਹੈ ਪਰਮਾਤਮਾ ਦੇ ਵਿੱਚ ਔਰ ਆਤਮਾ ਦੇ ਵਿੱਚ, ਇਹ ਨਾਮ ਜਪ ਕੇ ਟੁੱਟਣੀ। ਪਰ ਨਹੀਂ, ਇਹ ਦੁਨੀਆ ਜਿਹੜੀ ਹੈ ਅੰਨੀ ਹੋਈ ਪਈ ਹੈ ਮਾਇਆ ਦੇ ਵਿੱਚ। ਅੰਨੀ ਦੁਨੀਆ ਨੇ ਅੰਨੇ ਹੀ ਕਰਮ ਕਮਾਉਣੇ ਨੇ। ਜਦੋਂ ਤੱਕ ਗੁਰੂ ਨਹੀਂ ਮਿਲਦਾ ਉਦੋਂ ਤੱਕ ਉਸ ਮਾਰਗ ਦਾ ਪਤਾ ਨਹੀਂ ਲੱਗੇਗਾ। ਤੇ ਜਿੱਦਣ ਸਤਿਗੁਰ ਅੰਦਰ ਮਿਲ ਪਿਆ, ਸਤਿਗੁਰ ਮਿਲੇ ਤਾਂ ਅੱਖੀਂ ਵੇਖੈ, ਆ ਜਿਹੜੇ ਢੂਚਕਾਂ ਮਾਰਦੇ ਵੀ ਹੈ ਨਹੀਂ ਕੋਈ ਪ੍ਰਮਾਤਮਾ, ਅੱਖਾਂ ਨਾਲ ਕੁਛ ਨਹੀਂ ਤੁਸੀਂ ਦੇਖ ਸਕਦੇ, ਆ ਤੁਖ ਉਹਨਾਂ ਨੂੰ ਸੁਣਾਓ। ਸਤਿਗੁਰ ਮਿਲੈ ਤਾਂ ਅੱਖੀਂ ਵੇਖੈ, ਘਰੈ ਅੰਦਰ ਸੱਚ ਪਾਏ। ਪਰ ਬਾਹਰ ਨਹੀਂ ਕਿਤੇ ਮਿਲੇਗਾ, ਮਿਲੇਗਾ ਅੰਦਰ ਹੀ। ਆਤਮਿਕ ਆਨੰਦ ਉਸ ਦੇ ਵਿੱਚ ਹੀ ਤੁਹਾਨੂੰ ਅਵਸਥਾ ਆਏਗੀ ਨਾਮ ਜਪ ਜਪ ਕੇ, ਜਿੱਥੇ ਪਰਮਾਤਮਾ ਨੂੰ ਮਹਿਸੂਸ ਕੀਤਾ ਜਾਏਗਾ, ਦੇਖਿਆ ਜਾਏਗਾ। ਸੋ ਮੁੱਖ ਜਿਹੜਾ ਸਾਡਾ ਮੰਤਵ ਹੈ, ਪ੍ਰਾਣੀ ਸਤਿਗੁਰ ਸੇਵ ਸੁਖ ਹੋਏ, ਇਹ ਨਾਮ ਜਪਣ ਦੀ ਸੇਵਾ, ਨਾਮ ਅਭਿਆਸ ਕਰਨਾ ਪੈਣਾ, ਪ੍ਰੈਕਟਿਸ ਕਰਨੀ ਪੈਣੀ ਹੈ। ਪ੍ਰੈਕਟਿਸ ਕਰ ਕਰਕੇ ਇਹ ਨਾਮ ਸਾਡੇ ਅੰਦਰ ਉਤਰ ਜਾਏਗਾ। ਹੁਣ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਬੋਲਣ ਵਾਸਤੇ। ਇਸ ਤੋਂ ਬਾਅਦ ਸਾਡਾ ਹਿਰਦਾ ਆਪਣੇ ਆਪ ਨਾਮ ਜਪੇਗਾ, ਜਿਹਨੂੰ ਕਹਿੰਦੇ ਧਿਆਨ। ਵੀ ਧਿਆਨ ਦੇ ਵਿੱਚ ਉਹ ਸਾਡਾ ਮਨ ਗੜੂੰਦ ਰਹੇਗਾ, ਹਮੇਸ਼ਾ ਭਿੱਜਿਆ ਰਹੇਗਾ ਹਮੇਸ਼ਾ। ਜੇ ਇਹ ਕੰਮ ਨਾ ਹੋਇਆ, ਨਾ ਹੈ ਤਾਂ ਜਨਮ ਗਵਾਏ। ਸਮਝ ਲਓ ਵੇਸਟੇਜ ਆਫ ਟਾਈਮ ਹੈ, ਪੱਲੇ ਕੱਖ ਨਹੀਂ ਪਏਗਾ। ਜਿੱਦਾਂ ਆਏ ਸੀ ਉਦਾਂ ਹੀ ਇੱਥੋਂ ਚਲੇ ਜਾਵਾਂਗੇ। ਸੋ ਆਓ ਆਪਾਂ ਅੱਜ ਸ਼ੁਰੂ ਕਰਨਾ ਹੈ 8ਵਾਂ ਅੰਕ ਆਨੰਦ ਬਾਣੀ ਦਾ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ। ਇਹ ਫਿਕਸਡ ਹੈ। ਬਾਬਾ ਜਿਹੜਾ ਲਫ਼ਜ਼ ਹੈ, ਦੋ ਮੀਨਿੰਗਸ ਨੇ ਇਹਦੇ। ਇੱਥੇ ਹੁਣ ਬਾਬਾ ਲਿਖਿਆ, ਇੱਥੇ ਬਾਬਾ ਦਾ ਮਤਲਬ ਹੈ ਅਕਾਲ ਪੁਰਖ। ਇੱਕ ਹੋਰ ਇਹਦਾ ਮੀਨਿੰਗ ਹੈ ਕਿ ਬਹੁਤ ਉੱਚੀ ਅਵਸਥਾ ਵਾਲੇ ਅਭਿਆਸੀ ਵਾਸਤੇ ਇਹ ਸ਼ਬਦ ਵਰਤਿਆ ਜਾਂਦਾ ਹੈ। ਬਾਬਾ ਬੋਲਤੇ ਥੇ ਕਹਾਂ ਗਏ। ਇੱਥੇ ਜਿਹੜਾ ਬਾਬਾ ਹੈ, ਇਹ ਹੈ ਜਿਹੜੇ ਬ੍ਰਹਮ ਵੇਤਾ ਨੇ, ਜਿਨ੍ਹਾਂ ਨੇ ਬ੍ਰਹਮ ਦੀ ਅਵਸਥਾ ਨੂੰ ਜਿਹੜੇ ਪਹੁੰਚੇ ਨੇ, ਉਹਨਾਂ ਵਾਸਤੇ ਵਰਤਿਆ ਗਿਆ। ਲੇਕਿਨ ਇੱਥੇ ਆਨੰਦ ਬਾਣੀ 'ਚ ਬਾਬਾ ਜਿਸ ਤੂੰ ਦੇ, ਜਿਸ ਦੇ ਸੱਸੇ ਨੂੰ ਔਂਕੜ ਹੈ, ਕਿਉਂਕਿ ਉਹ ਖਾਸ ਹੋ ਜਾਏਗਾ, ਉਹ ਆਮ ਨਹੀਂ ਰਹੇਗਾ, ਉਹ ਖਾਸ ਹੋ ਜਾਏਗਾ, ਜਿਹਦੇ ਤੇ ਇਹ ਕਿਰਪਾ ਹੋਏਗੀ। ਜਿਸ ਤੂੰ ਦੇ ਸੋਈ ਜਨ ਪਾਵੇ। ਹੁਣ ਬੜੀ ਇੰਪੋਰਟੈਂਟ ਚੀਜ਼ ਹੈ ਇੱਥੇ, ਲਫ਼ਜ਼ ਹੈ ਦੇ। ਦੱਦੇ ਨੂੰ ਲਾਂ, ਹਾਹਾ ਹਾਹੇ ਨੂੰ ਸਿਆਰੀ। ਹੁਣ ਦੇਣਾ ਕੀ ਹੈ? ਸਾਡੇ ਸਾਹਮਣੇ ਕੋਈ ਹੋਏਗਾ ਤੇ ਦੇਗਾ। ਵੀ ਮੈਨੂੰ ਫਲਾਣੇ ਸਿੰਘ ਨੇ ਆਹ ਚੀਜ਼ ਮੈਨੂੰ ਗਿਫਟ ਦਿੱਤੀ ਹੈ, ਹਾਂ
है सानू नजर आ रहा। इत्थे जिहड़ा दे लफज है, देना अखरी अर्थ है दिंदा है। इत्थे दे दा अर्थ है कि नाम जपण वाले पासे लाउणा। हे परमात्मा, जिन्हों तू किरपा करके नाम जपण वाले पासे ला दिंदा है, सोई जन पावै, उन्हें प्राप्ति हुंदी है। ये नहीं है कि प्राप्ति नहीं हुंदी, प्राप्ति हुंदी है। दे नाम संतोखिया, उतरे मन की भुख। साफ ही क्लियर कर दिता। जिथे भी दे आएगा लफज, ओदा मतलब कोई गिफ्ट नहीं देना या कोई भेटा नहीं देनी। ओदा मतलब है कि अकाल पुरख जिन्हां नूं तुसीं नाम दी दात बख्शदे हो, उन्हां नूं प्राप्ति हुंदी है। फिर अगे दोबारा लिखिया, पावे तां सो जन, पक्का हो गया, डेफिनेट। पावे तां सो जन, दे जिसनों, होर क्या करे विचारिया। ओही दात प्राप्त करेगा जिसनों अकाल पुरख त्रुठ रहा। अकाल पुरख की पहली किरपा है ही इहो है कि अबलाखी नूं नाम जपण वालियां दी संगत मिल जाती है। पहली किरपा अकाल पुरख की अबलाखी नूं, जिहड़े जिन्हां दे अंदर प्रेम होवे, खिच होवे इस प्राप्ति दी, उन्हां नूं नाम जपण वालियां दी संगत मिल जाती है। यह है देह दा अर्थ कि नाम जपण वाले पासे उन्हां नूं ला दिंदा परमात्मा। होर क्या करे विचारिया। बाकियां दी कोई पेश नहीं जाती माया अगे। बाकी की करनगे? बाकी किहड़े ने? एक भरम भूले फिरे दे दिस। ਉਹ ਭਰਮ ਦੇ ਵਿੱਚ ਭਟਕੇ ਹੋਏ ਆ। ਨਾਮ ਜਪਣ ਤੇ ਉਹਨਾਂ ਦਾ ਅਕੀਦਾ ਨਹੀਂ ਹੈ, ਭਰੋਸਾ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਥਾਂ ਥਾਂ ਤੇ ਜਾ ਕੇ ਟੱਕਰਾਂ ਮਾਰਦੇ ਭੂਲੇ ਫਿਰੇ। ਦਹਿ ਦਿਸ, ਇੱਥੇ ਚੌਂ ਦਿਸ ਨਹੀਂ ਲਿਖਿਆ, ਇੱਥੇ ਦਹਿ ਦਿਸ ਲਿਖਿਆ ਹੈ, ਕਿਉਂਕਿ ਅਕੀਦਾ ਨਹੀਂ ਹੈ। ਚੌਰ ਸਵੇਰੇ 10 ਦਿਸ਼ਾਵਾਂ 'ਚ ਕਦੇ ਕਿਤੇ, ਕਦੇ ਕਿਤੇ, ਕਦੇ ਕਿਤੇ, ਕਦੇ ਕਿਤੇ। ਤੇ ਜਿਨ੍ਹਾਂ ਤੇ ਕਿਰਪਾ ਹੋਈ ਹੈ, ਨਾਮ ਜਪਣ ਦੀ ਸੰਗਤ ਮਿਲ ਗਈ ਹੈ, ਇੱਕ ਹੈ ਨਾਮ ਲਾਗ ਸਵਾਰਿਆ। ਇਕਨਾਂ ਨੂੰ ਨਾਮ ਵਾਲੇ ਪਾਸੇ ਲਾ ਕੇ, ਨਾਮ ਅਭਿਆਸ ਵਾਲੇ ਪਾਸੇ ਲਾ ਕੇ ਉਹਨਾਂ ਦਾ ਜਿਹੜਾ ਜਨਮ ਹੈ ਉਹ ਸਫਲਾ ਕਰ ਦਿੰਦਾ। ਬਾਬਾ, ਜਿਸ ਤੋਂ ਦੇਹ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੇ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਹਾਂਜੀ, ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਹੁਣ ਜਦੋਂ ਨਾਮ ਵਾਲੇ ਪਾਸੇ ਲੱਗ ਗਏ, ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਗਈ, ਕਿਰਪਾ ਹੋ ਗਈ, ਨਾਮ ਜਪਣਾ ਸ਼ੁਰੂ ਕਰ ਦਿੱਤਾ, ਫਿਰ ਗੁਰਪ੍ਰਸਾਦ ਮਨ ਭਇਆ ਨਿਰਮਲ। ਨਾਮ ਜਪ ਜਪ ਕੇ ਹੋਰ ਕਿਰਪਾ ਹੁੰਦੀ ਹੈ, ਮਨ ਉਹਨਾਂ ਦਾ ਸਾਫ਼ ਹੋ ਜਾਂਦਾ, ਨਿਰਮਲ ਹੋ ਜਾਂਦਾ। ਜਿਨ੍ਹਾਂ ਭਾਣਾ ਭਾਵੇ, ਜਿਨ੍ਹਾਂ ਨੂੰ ਇਹ ਰਜ਼ਾ ਅਕਾਲ ਪੁਰਖ ਦਾ ਹੁਕਮ ਭਾਣਾ ਪਿਆਰਾ ਲੱਗਣਾ ਸ਼ੁਰੂ ਹੋ ਜਾਂਦਾ, ਉਹਨਾਂ ਦਾ ਫਿਰ ਮਨ ਜਿਹੜਾ ਹੌਲੀ 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 ਨਿਰਮਲ ਹੋਣਾ ਸ਼ੁਰੂ ਹੋ ਜਾਂਦਾ। ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਇਹ ਪੱਕਾ ਕਰ ਰਹੇ ਦੁਬਾਰਾ, ਹੁਣ ਇੱਥੇ ਅੰਕ ਖਤਮ ਹੋ ਰਿਹਾ ਔਰ
गुरु अमरदास पातशाह लखाइक ने इस बाणी दे कहंदे कहे नानक, कहंदे मैं भी उस नाम नूं कह रहा, नाल दसदे जिस देह प्यारे, जिन्हों नाम जपण वाले पासे लाएगा सोई जन पावे। ये चीज़ां दी प्राप्ति वो भी कर सकदा है। सो देह जिहड़ा है कोई गिफ्ट नहीं है, देना कुछ नहीं है। मीनिंग जरूर इहदा देना है, दे भी मैनूं आ चीज़ दे, लेकिन इत्थे जिहड़ा देह है ਉਹਦਾ अर्थ बनेगा नाम जपण वाले पासे लाउणा। इत्थे अंक नंबर 8 जिहड़ा खत्म हो रहा, अगे चलिए। आवो संत प्यारे हो, अकथ की करें कहानी। हुण बई मन निर्मल हो गया, गुर प्रसाद मिल गया, अवस्था बननी शुरू हो गई। बड़ी उच्ची अवस्था आ गई। पातशाह अगे कहते हैं अवस्था आ भी गई, हटना तां भी नहीं है। कहते आवो संत प्यारे हो, कहते ठीक है तुसीं संत जन बन गए, लेकिन अकथ की करें कहानी। अकथ है परमात्मा ते ओदी कहानी करनी, ओदा है नाम जपना। सो ये लफ्जां दे कमाल ने पातशाह दे कि ਅਸੀਂ बोर ना होइए, साडा इंटरस्ट बनया रहे। ऐसे लफज गुरु साहबाना ने यूज कीते ने, वरते ने गुरबाणी दे विच। अकथ जिन्हों कथया ना जा सके वो केवल परमात्मा है, ते अकथ दी कहानी जिहड़ी है वो है उस परमात्मा दा नाम जपना, नाम अभ्यास करना। कहानी हर मेरी प्रीत रीत है, हर मेरी कथा कहानी जी। महला तीजा गुरु अमरदास पातशाह दी बाणी है। हर मेरी प्रीत, मेरी जिहड़ी प्रीत है वो शब्द नाल है। रीत है हर मेरी, मेरी मर्यादा मेरी रीत वो भी मेरी शब्द है। हर मेरी कथा कहानी जी, शब्द ही मेरी कथा है ते शब्द ही मेरी कहानी है। हर बचन सतगुर, करो कहानियां सुनो साखियां जी सदके। लेकिन गुरबाणी दे जिहड़ी मैजरिंग स्टिक है साडे कोल गुरबाणी, ਅਸੀਂ ਉਹ ਚੀਜ਼ ਵੱਲ ਜ਼ੋਰ ਦੇਣਾ ਜੋ ਸਾਨੂੰ ਗੁਰਬਾਣੀ ਹੁਕਮ ਕਰ ਰਹੀ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ। ठीक है, कहते ਤੁਹਾਡੇ ਚ ਗੁਣ ਆ ਗਏ, ਗਿਆਨ ਆ ਗਿਆ, ਨਾਮ ਜਪਣਾ ਸ਼ੁਰੂ ਕਰਤਾ, ਕੀ ਫਿਰ ਹਟ ਜੀਏ, ਬਹਿ ਜੀਏ ਇੱਕ ਥਾਂ ਤੇ ਉੱਥੇ ਜੀਟੀ ਰੋਡ ਤੇ ਡੇਰਾ ਖੋਲ ਕੇ 15-25 ਚੇਲੇ ਨਾਲ ਰੱਖ ਕੇ चिट्टा चोला पा लिए, गोल दस्तार चिट्टी ते चिट्टे जिनके कपड़े मैले चित कठोर जी। ओ महला पहला। ओ कहंदे नहीं, कथ की करे कहानी, कहंदे होर जप उस परमात्मा दे गुणां नूं क्यों एदों बोलों हटी है। सच जे गुरे फरमाया क्यों एदों बोलों हटी है। जे अकाल पुरख ने नाम दी दात दित्ती हुई है ते इहनूं जपणों क्यों हटिया जाए। कथ की करे कहानी। सो कहानी जिहड़ी है वो बेसिकली नाम जपना, नाम अभ्यास। कहते करे कहानी अकथ केरी, कित द्वारे पाईए। ਅਸੀਂ ਉਸ परमात्मा ਦਾ नाम जप के अकथ ਨੂੰ कथ के, अकथ ਨੂੰ कथना नाम जपना। होर किहड़े तरीके नाल सानू परमात्मा मिलेगा। कित द्वारे पाईए, होर कित्थे जाइए। तन मन धन सब सौंप गुर को, हुक्म मन्निया पाईए। हुण तन मन धन, इत्थे भुलेखा ना खाओ। ये सौंपना की है, ये है डेडिकेशन। तन जिहदे नाल असीं उद्यम करना,
नींद जिहड़ी आ सारिਆਂ ਨੂੰ प्यारी है, बहुत प्यारी है। नींद वर्गा आनंद किते ही नहीं है। सवेरे उठना बड़ा मुश्किल है। मन जिहड़ा मन ਨੂੰ खड़ा करना बड़ा मुश्किल है। धन जिहड़ी है, धन आत्मा ਉਹਦਾ ਗਿਆਨ ਪ੍ਰਾਪਤ बड़ा मुश्किल है। किवें पता लगे? सब सौंप गुर को हुक्म मन्निया पाई। हुण ਜਿਹੜਾ ਮਨ, ਇੱਕ ਤੇ ਲਫ਼ਜ਼ ਹੈ ਮਨ, ਮੰਮਾ ਨੰਨਾ, ਇੱਕ ਮੰਮੇ ਉੱਤੇ ਟਿੱਪੀ ਹੈ ਮਨ। किस तरह? मन्ने की गत कही न जाए, जाप बानी, जे को कहे पिछे पछताए। जिथे ये मनना है, जिदा आप लफज यूज करते हैं भी कहना मनना, मनना या मन का वो है जिहदे च ये चार चीज़ां होणगियां। एक, अकाल पुरख ते भरोसा होवे। दूसरा, एक दी इबादत। तीसरा, एक नूं ही मनना। और चौथा, एक दे द्वारा ही दीखित होना, एक दे द्वारा ही बैपटाइज्ड होना। कहने दा भाव कि गुरमुख जिहड़ा सिस्टम है, गुरमुख कोई देह नहीं है, गुरमुख कोई बंदा नहीं है, नीली पग, दाड़ा खुला, कुर्ता पजामा या बाणा ते उत्तों दी गात्रा कृपान, ये गुरमुख नहीं है। गुरमुख खखे नूं सियारी एक प्रबंध है, एक सिस्टम है गुरु घर दा। गुरु दे जरिए, गुरबाणी दी मदद दे नाल, गुरबाणी दे ज्ञान दे नाल दीख्या लैनी बड़ी जरूरी है। शब्द लेना बड़ा जरूरी है। जे शब्द लिया ही नहीं हो तो जपूगा की? ठीक है, प्रभ कालिया किसी का एक तिल ना दवाए, गवाए प्रभ कालिया किसी का एक तिल ना गवाए। सो ये मनण दी मैं गल कर रहा। मनण दे विच चार चीज़ां आउणगियां। एक पहला, एक ते भरोसा, एक दी इबादत, एक दी भगती, एक नूं मनना ते एक द्वारा ही दीखित होना। गुरमुख सिस्टम दे विच सिख ने आउणा है, ये हुंदा मनना। हुक्म मन्निया पाई है। डेडिकेशन पूरी होए, भरोसा पूरा होए, इबादत भी एक दी होए, थां थां ते टक्करा ना मारिए जाके, मन दे भी एक नूं होइए, एक दे द्वारा ही असीं दीखित होइए। हुक्म मन्निया पाई है, ये हुंदा हुक्म मनना। मन्ने की गत कही ना जाए। हुण जदों तुसीं पढ़ोगे उत्थे ध्यान देना है। जे को कहे पिछे पछताए, कागद कलम न लिखण हार, मन्ने का बह करन विचार, ऐसा नाम नरंजन होए, जे को मन जाने मन कोई। ये चार अंक ने जप बाणी दे विच। मन्नै सुरत होवे मन बुद्ध, मन्नै सगल भवन की सुध। अगे आएगा इसे बाणी च जाके, सतगुर मिलिया दिव दृष्ट होए। सगल भवन की सुध है, तिन्ना कालां दा पता लग जांदा मनन दी अवस्था ते जाके। मन्नै मुंह चोटा ना खाए, मन्नै जम के साथ ना जाए। ले लो, ये बाकी सारे जिहड़े आ जम दी मार हेठ है, जम दे नाल जाणगे। लेकिन जिहड़ा मनन दी अवस्था, जिहड़ी स्टेट ऑफ माइंड जिन्हों असीं कहने हैं, जिहड़ा मनन तक पहुंच गया, उहनूं जम नहीं लिजा पाएगा। ਉਹਦਾ डायरैक्ट रिलेशन होएगा अकाल पुरख ਦੇ ਨਾਲ। ਉਹਦੀ ਜਾਣ ਦੀ ਵਿਧੀ ਵੱਖਰੀ ਹੋਏਗੀ। ਇਹਦੇ ਤੇ ਵੀ ਕਰਾਂਗੇ ਆਪਾਂ ਖੁੱਲੀ ਵਿਚਾਰ। ਲੇਕਿਨ ਆ ਚਾਰ ਚੀਜ਼ਾਂ ਦੱਸ ਦਿੱਤੀਆਂ ਕਿ ਮੰਨਣਾ ਕੀ ਹੈ। ਇੱਕ ਦਾ ਭਰੋਸਾ, ਇੱਕ ਦੀ ਇਬਾਦਤ, ਇੱਕ ਨੂੰ ਮੰਨਣਾ ਤੇ ਇੱਕ ਦੁਆਰਾ ਦੀਖਿਤ ਹੋਣਾ। ਇਹ ਸਾਰਾ ਹੈ ਗੁਰਮੁਖ ਸਿਸਟਮ।
ਜਿਹੜਾ ਉਸ ਹੁਕਮ ਚ ਆਏਗਾ। ਹੁਕਮ ਮੰਨੇ ਹੋ ਗੁਰੂ ਕੇਰਾ, ਇਹ ਕਿਸ ਤਰ੍ਹਾਂ ਮੰਨਿਆ ਜਾਏਗਾ ਹੁਕਮ? ਮੰਨਣ ਦੀ ਅਵਸਥਾ ਕਿੱਦਾਂ ਆਏਗੀ? ਹੁਕਮ ਮੰਨਿਓ ਗੁਰੂ ਕੇਰਾ, ਇੱਥੇ ਸੱਤੇ ਗੁਰ ਨੇ ਲਿਖਿਆ, ਲੇਕਿਨ ਗੁਰੂ ਲਿਖ ਕੇ ਉਹਨਾਂ ਨੇ ਨਾਮ ਦੇ ਵੱਲ ਇਸ਼ਾਰਾ ਕਰ ਦਿੱਤਾ ਹੈ। ਗੁਰਮੰਤਰ ਦਾ ਅੱਧਾ ਹਿੱਸਾ ਹੈ ਵਾਹ, ਅੱਧਾ ਹਿੱਸਾ ਹੈ ਗੁਰੂ। ਹੁਕਮ ਮੰਨੇ ਹੋ ਗੁਰੂ ਕੇਰਾ, ਕਿਸ ਤਰ੍ਹਾਂ ਹੁਕਮ ਮੰਨਣਾ? ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਹੁਣ ਇਹ ਵੀ ਭੁਲੇਖਾ ਕੱਢ ਲਿਓ, ਇਹ ਅੱਗੇ ਦੀ ਅੱਗੇ ਆਪਾਂ ਇਸੇ ਲੈ ਦੇ ਉੱਤੇ ਚੱਲਣਾ, ਇਸੇ ਤਰਜ਼ ਦੇ ਉੱਤੇ ਚੱਲਣਾ। ਗਾਵੋ ਸੱਚੀ ਬਾਣੀ ਗੁਰਬਾਣੀ ਦਾ ਕੀਰਤਨ ਨਹੀਂ ਹੈ। ਗਾਵੋ ਸੱਚੀ ਬਾਣੀ ਤੋਂ ਭਾਵ ਹੈ ਕਿ ਨਾਮ ਜਪਣਾ। ਨਾਮ ਦਾ ਜਪਣਾ। ਪ੍ਰਹਿਲਾਦ ਦਾ ਜ਼ਿਕਰ ਆਇਆ, ਅਸੀਂ ਐਗਜ਼ਾਮਪਲਸ ਲਵਾਂਗੇ। ਪ੍ਰਹਿਲਾਦ ਕਿਹੜੇ ਕਿਹੜੇ ਪਾਠ ਕਰਦਾ ਹੋ, ਕਿਹੜਾ ਨਿਤਨੇਮ ਕਰਦਾ ਹੋ, ਕਿਹੜੇ ਕਿਹੜੇ ਰਾਗ ਗਾਉਂਦਾ ਹੋ? ਬਾਣੀ ਵੱਜੀ ਚੌਂ ਜੁਗੀ। ਬੜਾ ਬਰੀਕ ਵਿਸ਼ਾ ਹੈ। ਜਿਸ ਤਰ੍ਹਾਂ ਲੈ ਚੱਲ ਰਹੀ ਹੈ ਗੁਰਬਾਣੀ ਦੀ, ਆਪਾਂ ਉਸ ਤਰ੍ਹਾਂ ਗੁਰਬਾਣੀ ਨੂੰ ਖੋਲਣਾ ਹੈ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ। ਕਿਤ ਦੁਆਰੇ ਪਾਈਐ, ਕਿੱਦਾਂ ਪੰਜ ਪ੍ਰਵਾਨ ਹੋਈਐ। ਆਪਾਂ ਪਿੱਛੇ ਜ਼ਿਕਰ ਕਰ ਰਹੇ ਹਾਂ, ਕਿੱਦਾਂ ਪੰਜ ਪ੍ਰਵਾਨ ਹੋਈਐ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਕਹਿੰਦੇ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਇੱਕੋ ਨਾਮ ਹੁਕਮ ਹੈ, ਸੋ ਗਾਵੋ ਸੱਚੀ ਬਾਣੀ। ਗੁਰਬਾਣੀ ਦਾ ਗਾਉਣਾ ਨਹੀਂ ਹੈ, ਇੱਥੇ ਹੈ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਇਹ ਦੇਖੋ ਕਿ ਸਾਡਾ ਜਨਮ ਵੇਸਟ ਕਿੱਦਾਂ ਹੋ ਰਿਹਾ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਨਾਮ ਦਾ ਜਪਣਾ ਹੁਕਮ ਹੈ। ਕਿਉਂ? ਕਹੈ ਨਾਨਕ, ਬਾਣੀ ਦਾ ਲਖਾਇਕ ਵੀ ਉਸ ਨਾਮ ਨੂੰ ਕਹਿ ਰਿਹਾ ਹੈ। ਕਹੈ, ਕਹਿੰਦੇ ਮੈਂ ਵੀ ਕਹਿ ਰਿਹਾ ਉਸ ਨਾਮ ਨੂੰ। ਤੁਸੀਂ ਵੀ ਕੀ ਕਰੋ? ਸੁਣੋ, ਸੰਤ ਹੋ, ਕਥੇ ਹੋ ਅਕਥ ਕਹਾਣੀ। ਤੁਸੀਂ ਵੀ ਸੁਣਨ ਦੀ ਅਵਸਥਾ ਤੱਕ ਪਹੁੰਚੋ, ਇਸ ਨੂੰ ਨਾਮ ਨੂੰ ਜਪ ਜਪ ਕੇ। ਤੁਸੀਂ ਵੀ ਸੰਤ ਹੋਵੋ, ਸੰਤ ਦੇ ਮਾਰਗ ਤੇ ਚੱਲੋ। ਭਾਵ ਕਿ ਅਕਾਲ ਪੁਰਖ ਦਾ ਜਿਹੜਾ ਮਾਰਗ ਹੈ ਉਹਨੂੰ ਅਖਤਿਆਰ ਕਰੋ, ਨਾਮ ਜਪਣ ਦੇ ਮਾਰਗ ਨੂੰ ਅਖਤਿਆਰ ਕਰੋ। ਹਰ ਮਾਰਗ ਸਾਧੂ ਦੱਸਿਆ, ਜਪੀਐ ਗੁਰਮੰਤ ਨਾਨਕ ਪੱਧਰ ਪੱਧਰੋ, ਜੋੜਨ ਹਾਰਾ ਸੰਤ। ਕੀ ਕਰੋ? ਕਥਿਓ ਅਕਥ ਕਹਾਣੀ, ਉਸ ਅਕਥ ਦੀ ਕਹਾਣੀ ਨੂੰ ਕਥੋ, ਉਸ ਅਕਥ ਦੇ ਨਾਮ ਨੂੰ ਜਪੋ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੈ ਨਾਨਕ, ਨਾਨਕ ਜੋਤ ਵੀ ਉਸ ਨਾਮ ਨੂੰ ਕਹਿ ਰਹੀ ਹੈ, ਸੁਣ ਰਹੀ ਹੈ। ਸੰਤ ਦੇ ਮਾਰਗ ਤੇ ਚੱਲ ਰਹੇ ਨੇ। ਕਥਿਓ ਅਕਥ ਕਹਾਣੀ, ਉਸ ਅਕਾਲ ਪੁਰਖ ਦੇ ਨਾਮ ਨੂੰ ਜਪ ਰਹੇ ਨੇ। ਅੰਕ ਨੰਬਰ 9 ਇੱਥੇ ਖਤਮ ਹੋ ਰਿਹਾ। ਅੱਗੇ ਚਲੀ। ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ। ਮਨ, ਕਿਉਂਕਿ ਮਨ ਦੀ ਜਿਹੜੀ ਬਿਰਤੀ ਹੈ ਚੰਚਲ, ਮਨ ਚਲਾਇਮਾਨ ਹੈ ਹਮੇਸ਼ਾ,
ਦੌੜਾ ਫਿਰਦਾ, ਭੱਜਿਆ ਫਿਰਦਾ, ਚਤਰਾਈਆਂ ਕਰਦਾ। ਚਤਰਾਈ ਕਿਹਨੇ ਨਾ ਪਾਇਆ? ਚਤਰਾਈ ਤੋਂ ਭਾਵ ਜੇ ਆਪਾਂ ਲਾਈਏ, ਸਾਡੇ ਦੇਖਣ ਦੀ ਇਹ ਗੱਲ ਹੈ ਕਿ ਕਈ ਬੰਦੇ ਦੂਸਰੇ ਬੰਦਿਆਂ ਤੇ ਭਰੋਸਾ ਕਰ ਲੈਂਦੇ ਨੇ। ਕਹਿਣ ਤੋਂ ਭਾਵ ਹੈ ਕਿ ਇੱਕ ਸੰਤ ਕਹਾਉਣ ਵਾਲੇ ਸੀ, ਸੰਗਤ ਦੇ ਮੈਂਬਰ ਉਹਨਾਂ ਦੇ ਕੋਲ ਆਏ ਤੇ ਕਈ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹਨਾਂ ਦੇ ਨਾਲ। ਮੁੰਡੇ ਦੇ ਵਿਆਹ ਦੀ ਗੱਲ ਕੀਤੀ ਹੈ, ਜਿਹੜਾ ਵਿਆਹਿਆ ਉਹਦੇ ਘਰ ਬੱਚੇ ਦੀ ਗੱਲ ਕੀਤੀ ਹੈ, ਕਿਰਪਾ ਦੀ ਗੱਲ ਕੀਤੀ ਹੈ। ਉਹ ਕਹਿੰਦੇ ਜੀ ਇਹ ਕਰੋ, ਤੁਸੀਂ ਸਾਡੇ ਵਾਸਤੇ ਕਾਰਜ ਕਰਦੇ ਹੋ, ਚਤਰਾਈ ਹੈ। ਇਸ ਤਰ੍ਹਾਂ ਕੋਈ ਕਿਸੇ ਵਾਸਤੇ ਕੱਖ ਨਹੀਂ ਕਰ ਸਕਦਾ। ਕਿਰਪਾ ਕੇਵਲ ਤੇ ਕੇਵਲ ਅਕਾਲ ਪੁਰਖ ਕਰਦੇ ਨੇ, ਦਾਤ ਕੇਵਲ ਤੇ ਕੇਵਲ ਅਕਾਲ ਪੁਰਖ ਦਿੰਦੇ ਨੇ। ਇਹ ਇੱਕ ਸਿਸਟਮ ਹੈ। ਨਾ ਇਹ ਗਿਆਨ ਇਕੱਠਾ ਕਰਕੇ ਅਸੀਂ ਪਾ ਸਕਦੇ ਹਾਂ ਪਰਮਾਤਮਾ ਨੂੰ। ਬਹੁਤ ਕਿਤਾਬਾਂ ਪੜ੍ਹ ਲਈਆਂ, ਪੜ੍ਹਾਈ ਕਰ ਲਈ, ਗਿਆਨ ਆ ਗਿਆ। ਉਹ ਗਿਆਨ ਉਦੋਂ ਜ਼ੀਰੋ ਹੈ ਜਦੋਂ ਤੱਕ ਉਸ ਗਿਆਨ ਦਾ ਅਮਲ ਨਹੀਂ ਹੈ। ਚਤਰਾਈ ਕਿਹਨੇ ਨਾ ਪਾਇਆ? ਤੂੰ ਸੁਣ ਮਨ ਮੇਰਿਆ ਕੀ ਕਰ। ਚਤਰਾਈ ਨਾਲ ਨਹੀਂ ਪਾਇਆ ਜਾਣਾ, ਚਤਰਾਈ ਨਾਲ ਨਹੀਂ ਪਾਇਆ ਜਾਣਾ। ਮੰਨਣਾ ਪੈਣਾ ਹੈ। ਉਸ ਗੁਰਮੁਖ ਸਿਸਟਮ ਦੇ ਵਿੱਚ ਸਾਨੂੰ ਦਾਖਲ ਹੋਣਾ ਪੈਣਾ ਔਰ ਉਹ ਸਿਸਟਮ ਅਡਾਪਟ ਕਰਨਾ ਪੈਣਾ। ਗੁਰੂ ਘਰ 'ਚ ਇੱਕੋ ਹੀ ਸਿਸਟਮ ਹੈ, ਇੱਕ ਦੀ ਭਗਤੀ, ਇੱਕ ਤੇ ਭਰੋਸਾ, ਇੱਕ ਨੂੰ ਮੰਨਣਾ, ਇੱਕ ਦੁਆਰਾ ਦੀਖਿਤ ਹੋਣਾ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਇਹ ਮਾਇਆ ਐਸੀ ਮੋਹਣੀ ਹੈ, ਪਲ ਪਲ ਤੇ ਪੈਰ ਪੈਰ ਤੇ ਇਹ ਭਰਮਾਂ ਦੇ ਗੇੜ 'ਚ ਫਸਾ ਲੈਂਦੀ ਸਾਨੂੰ ਕਿਰਾਏ ਪਾ ਰੱਖਦੀ ਹੈ। ਹਰ ਪਲ ਜੁੱਟੀ ਹੈ ਮਾਇਆ। ਇਸੇ ਕਰਕੇ ਸਾਨੂੰ ਕਿਹਾ ਵੀ ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਇੱਕ ਨਿਮਖ ਲਈ ਵੀ ਕਹਿੰਦੇ ਢਿੱਲ ਨਹੀਂ ਵਰਤਣੀ। ਮਾਇਆ ਤਾਂ ਮੋਹਣੀ ਤਿੰਨੇ ਕੀਤੀ, ਇਹ ਵੀ ਉਹਨੇ ਖੇਲ ਰਚਿਆ ਹੋਇਆ। ਮਾਇਆ ਦਾ ਜਿਹੜਾ ਖੇਲ ਹੈ ਇਹ ਵੀ ਉਸ ਪਰਮਾਤਮਾ ਨੇ ਹੀ ਰਚਿਆ ਹੋਇਆ। ਜਿਨ ਠਗੌਲੀ ਪਾਈਆ। ਜਿਹਨੇ ਇਹ ਮਾਇਆ ਸਾਨੂੰ ਚਬੇੜੀ ਹੈ, ਮਾਇਆ ਵੀ ਉਹਦੀ ਪੈਦਾ ਕੀਤੀ ਹੋਈ ਹੈ। ਇਹ ਖੇਲ ਸਾਰਾ ਉਹਦਾ ਰਚਾਇਆ ਹੋਇਆ। ਪਰ ਦੂਸਰੇ ਪਾਸੇ ਸਾਨੂੰ ਸਿੱਖਿਆ ਵੀ ਦੇਤੀ ਹੈ ਵੀ ਨਾਮ ਹੈ, ਨਾਮ ਜਪ ਕੇ, ਨਾਮ ਅਭਿਆਸ ਦੇ ਨਾਲ ਤੁਸੀਂ ਇਸ ਤੋਂ ਬਚ ਸਕਦੇ ਹੋ। ਕੀ ਕਰੀਏ? ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ। ਕੁਰਬਾਨ ਦਾ ਅਸੀਂ ਚੰਗੀ ਤਰ੍ਹਾਂ ਪਿੱਛੇ ਨਖੇੜਿਆ। ਕੁਰਬਾਨ ਹੋਣਾ, ਵਾਰੀ ਜਾਣਾ, ਬਲਿਹਾਰੀ ਜਾਣਾ, ਇਹ ਸਭ ਨਾਮ ਜਪਣ ਦੇ ਲਖਾਇਕ ਨੇ। ਅਣਾਣੇ ਨੂੰ ਔਂਕੜ ਹੈ, ਖਾਸ ਵਰਡ ਹੈ। ਜਿਹਨੇ ਮਾਇਆ ਪੈਦਾ ਕੀਤੀ ਹੈ, ਜਿਹਨੇ ਇਹ ਮੋਹ ਪੈਦਾ ਕੀਤਾ ਹੈ, ਉਸੇ ਤੋਂ ਅਸੀਂ ਕੁਰਬਾਨ ਜਾਣਾ, ਉਸੇ ਦਾ ਅਸੀਂ ਨਾਮ ਜਪੀ ਜਾਣਾ। ਕਹੈ ਨਾਨਕ ਹੁਕਮ ਕਰਤਾ, ਮੈਂ ਵੀ ਕਹਿ ਰਿਹਾ। ਮਨ ਤੇ ਚੰਚਲ ਹੀ ਹੈ, ਚਤਰਾਈਆਂ ਨਾਲ ਕਿਸੇ ਨੂੰ ਨਹੀਂ ਮਿਲ ਸਕਦਾ। ਕੋਈ ਵੀ ਕੰਮ ਜਿਹੜਾ ਅਸੀਂ ਚਤਰਾਈ ਨਹੀਂ ਕਰ ਸਕਦੇ, ਬਾਈਪਾਸ ਨਹੀਂ ਕਰ ਸਕਦੇ ਵੀ ਆ ਸ਼ਾਰਟਕਟ ਮਾਰ ਲਈਏ ਨਾ। ਇਹ
जो गुरमुख सिस्टम है, जो गुरबाणी का ज्ञान अटल है, उसनू समझना और समझ के उसनू बुझना, ਉਹਦੇ बुझना ਹੁੰਦਾ है कि वस्तु ਕੱਢਣੀ ਉਹਦੇ ਵਿੱਚੋਂ ਵੀ एक्सट्रैक्ट की है। ਨਿੱਕੇ ਹੁੰਦੇ ਸਕੂਲ ਚ ਪੜ੍ਹਦੇ ਨਹੀਂ ਸੀ ਆਪਾਂ ਵੀ ਇਹ ਇੱਕ ਕਹਾਣੀ ਪੜ੍ਹੀ ਤੇ ਇਹਦੇ ਚੋਂ ਮੋਰਲ ਕੀ ਨਿਕਲਦਾ, ਸਿੱਖਿਆ ਕੀ ਮਿਲਦੀ ਹੈ ਇਹਦੇ ਚੋਂ। ਉਹ ਫਿਰ ਸਵਾਲ ਆਉਂਦੇ ਸੀ, ਪ੍ਰਸ਼ਨ ਉੱਤਰ ਹੁੰਦੇ ਸੀ ਲੈਸਨ ਦੇ ਬਾਅਦ, ਤੇ ਵੀ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ। ਹੁਣ ਗੁਰਬਾਣੀ ਤੋਂ ਅਸੀਂ ਏਦਾਂ ਪੜ੍ਹ ਸਮਝੇ ਸੂਝੇ ਪੜ੍ਹ ਬੁੱਝੇ ਅੰਤ ਨਿਰੰਤਰ ਸੱਚਾ, ਇਹਨੂੰ ਪੜ੍ਹ ਕੇ ਬੁੱਝਣਾ ਹੈ। ਔਰ ਜੋ ਇਹ ਕਰਨ ਵਾਸਤੇ ਸਾਨੂੰ ਕਹਿ ਰਹੀ ਹੈ, ਉਸ ਤਰ੍ਹਾਂ ਅਸੀਂ ਆਪਣੇ ਸਰੀਰ ਨੂੰ ਆਦਤ ਪਾਉਣੀ ਹੈ, ਸਰੀਰ ਨੂੰ ਗੱਲਾਂ ਨੂੰ, ਗਿਆਨ ਨੂੰ ਪ੍ਰੈਕਟੀਕਲ ਰੂਪ ਦੇਣਾ। ਕੁਰਬਾਨ ਕੀਤਾ ਤਿਸੈ ਵੇਟੋ ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ। ਹੋਰ ਚਤਰਾਈਆਂ ਨਾਲ ਨਹੀਂ ਇਹ ਮਿਲ ਸਕਦਾ, ਕਿਸੇ ਸ਼ਾਰਟਕਟ ਨਾਲ ਨਹੀਂ ਇਹ ਮਿਲ ਸਕਦਾ। ਇਹ ਇੱਕ ਸਿਸਟਮ ਦੇ ਵਿੱਚ ਭਰੋਸਾ ਲੈ ਕੇ ਆਉਣਾ ਪਊ। ਇੱਥੇ ਅੰਕ ਨੰਬਰ 10 ਖਤਮ ਹੁੰਦਾ ਜੀ। ਅੰਕ ਨੰਬਰ 11, ਇਹ ਮਨ ਪਿਆਰਿਆ। ਮਨ ਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੇ ਆ, ਕਿਉਂਕਿ ਮਨ ਸਮਝਦਾ ਨਹੀਂ ਹੈ। ਉਹਨੂੰ ਬਾਰ-ਬਾਰ ਜਿੱਦਾਂ ਮਾਂ ਸਕੂਲੇ ਜਾਣ ਲੱਗਾ, ਜਦੋਂ ਬੱਚਾ ਸਕੂਲ ਭੇਜਣਾ ਹੁੰਦਾ, ਮਾਂ ਜਗਾਉਂਦੀ ਸਵੇਰੇ ਉੱਠ ਕੇ, ਪਿਓ ਜਗਾਉਂਦਾ, ਭਾਈ ਉੱਠ, ਜਾਣਾ ਜਾਣਾ ਜਾਣਾ, ਆ ਗਿਆ ਤੇਰਾ, ਬੱਸ ਆ ਗਈ, ਉਹ ਸਕੂਲ ਦਾ ਟਾਈਮ ਹੋ ਗਿਆ, ਲੇਟ ਹੋ ਗਿਆ। ਏਦਾਂ ਉਹਨੂੰ ਮਾਰ ਕੇ ਨਹੀਂ ਜਗਾਉਂਦੇ, ਉਹਨੂੰ ਪਿਆਰ ਨਾਲ ਹੀ ਜਗਾਉਂਦੇ ਆ। ਇਹ ਮਨ ਪਿਆਰ। ਇਸ ਤਰ੍ਹਾਂ ਅਸੀਂ ਮਨ ਨੂੰ ਬਾਰ-ਬਾਰ ਬੱਚੇ ਨੂੰ ਸਮਝਾਉਣਾ, ਮਨ ਸਾਡਾ ਬੱਚਾ ਸਮਝ ਲਓ ਕਿ ਉਹਨੂੰ ਅਸੀਂ ਜਗਾਉਣਾ ਬਾਰ-ਬਾਰ। ਇਹ ਮਨ ਪਿਆਰਿਆ ਭਾਈ ਉੱਠ, ਤੂੰ ਸਦਾ ਸੱਚ ਸੰਭਾਲੇ। ਇਹ ਸਮਾਂ ਜਿਹੜਾ ਲੰਘ ਗਿਆ ਦੁਬਾਰਾ ਹੱਥ ਨਹੀਂ ਆਉਣਾ। ਜਿਹੜਾ ਸਮਾਂ ਮਿਲਦਾ, ਸੱਚ ਸੰਭਾਲ, ਅਕਾਲ ਪੁਰਖ ਦਾ ਨਾਮ ਜਪ। ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਸੰਭਾਲਣ ਦਾ ਮਤਲਬ ਹੀ ਮਨ ਦਾ ਬੈਠਣਾ ਹੈ ਸਹਿਜ ਦੇ ਵਿੱਚ। ਮਨ ਚੰਚਲ ਹੈ, ਟਿਕਦਾ ਨਹੀਂ ਹੈ। ਮਨ ਨੂੰ ਜਗਾ ਕੇ, ਮਨ ਨੂੰ ਸਮਝਾ ਕੇ ਨਾਮ ਵਾਲੇ ਪਾਸੇ ਲਾਉਣਾ ਔਰ ਉਹਨੂੰ ਸੰਭਾਲਣ ਤੱਕ ਲੈ ਕੇ ਆਉਣਾ, ਵੀ ਇੱਕ ਥਾਂ ਤੇ ਉਹ ਟਿਕ ਜੇ, ਸਾਡੇ ਵਿਚਾਰ ਖਤਮ ਹੋ ਜਾਣ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾ ਹੀ ਤੇਰੇ ਨਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾ ਹੀ ਤੇਰੇ ਨਾਲੇ। ਕੁਟੰਬ ਕਹਿੰਦੇ ਪਰਿਵਾਰ ਨੂੰ। ਇਹ ਤੇਰੇ ਨਾਲ ਸਹਾਈ ਨਹੀਂ ਹੋਏਗਾ। ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਏ। ਅੱਛਾ, ਇਹ ਆਪਾਂ ਅੱਗੇ ਜਾ ਕੇ ਇਹਨੂੰ ਸਿੱਧ ਕਰਾਂਗੇ ਚੀਜ਼ ਨੂੰ। ਇੱਥੇ ਅਸੀਂ ਕੁਟੰਬ ਦਾ ਮਤਲਬ ਪਰਿਵਾਰ ਕਰ ਰਹੇ ਹਾਂ, ਲੇਕਿਨ ਗੱਲ ਦੇਖੋ ਮਨ ਦੀ ਹੋ ਰਹੀ ਹੈ। ਇਹ ਦੇ ਹਾਹੇ ਨੂੰ ਔਂਕੜ ਹੈ, ਇਹ ਕੁਟੰਬ ਦੇ ਬੱਬੇ ਨੂੰ ਔਂਕੜ ਹੈ। ਗੱਲ ਜਿਹੜੀ ਮਨ ਦੀ ਹੋ ਰਹੀ ਹੈ, ਮਨ ਕਿਹੜੇ ਪਾਸੇ ਲੱਗਾ? ਮਨ ਲੱਗਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ। ਬੜਾ ਬਰੀਕ ਹੈ, ਬੜਾ ਬਰੀਕ ਹੈ। ਕੁਟੰਬ ਕਹਿੰਦੇ ਪਰਿਵਾਰ ਨੂੰ, ਲੇਕਿਨ ਇੱਥੇ ਗੱਲ ਮਨ ਦੀ ਹੋ ਰਹੀ ਹੈ। ਮਨ ਕਿਹਨੂੰ ਆਪਣਾ ਪਰਿਵਾਰ ਸਮਝ ਕੇ ਬੈਠਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਾਇਆ, ਜਿਹਦੇ ਚ ਮਨ ਖੁਸ਼ ਹੋ ਰਿਹਾ ਬਾਰ-ਬਾਰ।
ਨਾਮ ਨਹੀਂ ਜਪਦਾ ਔਰ ਉਸ ਚੀਜ਼ ਦੇ ਵੱਲ ਮਨ ਦਾ ਜਿਹੜਾ ਵਿਚਾਰ ਹੈ ਤੁਰਿਆ ਜਾਂਦਾ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਇਹ ਜਿਹੜੇ ਤੈਨੂੰ ਹੁਣ ਬੜੇ ਪਿਆਰੇ ਲੱਗਦੇ ਆ 5 ਜਨ, ਭਾਗ ਗਏ ਸੇ 5 ਜਨਾ। ਅਸੀਂ ਸ਼ਬਦ ਪੜ੍ਹ ਕੇ ਆਏ ਆ ਪਿੱਛੇ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਬੇਖਮ ਘਨਾ। ਉਸ ਸ਼ਬਦ ਚ ਆਇਆ ਸੀ, ਅਵਰ ਪੰਚ ਹਮ ਏਕ ਜਨਾ, ਕਿਉ ਰਾਖੋ ਘਰ ਬਾਰ ਮਨਾ। ਮਾਰੇ ਲੂਟੇ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਕੁਸਾਰ ਮਡੋਲੀ ਰਾਖੇ ਦੁਆਰਾ, ਭੀਤਰ ਬੈਠੀ ਸਾਧਨਾ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ। ਢਾਹੇ ਮਡੋਲੀ ਲੂਟਿਆ ਦੇਹਰਾ, ਸਾਹ ਧਨ ਪਕੜੀ ਏਕ ਜਨਾ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ 5 ਜਨਾ। ਇਹ ਜਿੱਧਰ ਤੂੰ ਚਿੰਬੜਿਆ ਇਹਨਾਂ ਨੇ ਤੇਰੇ ਨਾਲ ਨਹੀਂ ਨਿਭਣਾ। ਸਮਝਾਉਣਾ ਕੀਤਾ ਸਾਨੂੰ ਬਾਰ-ਬਾਰ ਤਰੀਕੇ ਦੇ ਨਾਲ ਮਨ ਨੂੰ ਸਾਧਣਾ ਦੱਸਿਆ। ਇਹ ਕੁਟੰਬ ਬੱਬੇ ਨੂੰ ਔਂਕੜ ਹੈ, ਇੱਕੋ ਕੁਟੰਬ ਹੈ ਜਿਹੜਾ ਮਨ ਨੂੰ ਤੰਗ ਕਰ ਰਿਹਾ। ਉਹ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਦੁਨਿਆਵੀ ਪਰਿਵਾਰ ਵੀ ਹੈ, ਉਹਦਾ ਜ਼ਿਕਰ ਇੱਥੇ ਨਹੀਂ ਹੈ। ਜ਼ਿਕਰ ਉਹਦਾ ਅੱਗੇ ਸ਼ਬਦਾਂ ਚ ਆਏਗਾ, ਉਹ ਵੀ ਲਾ ਸਕਦੇ ਹੋ, ਉਹ ਵੀ ਨਹੀਂ ਸਾਡੇ ਨਾਲ ਨਿਭੇਗਾ, ਲੇਕਿਨ ਅਸੀਂ ਰਹਿਣਾ ਉਹਦੇ ਵਿੱਚ ਹੀ ਹੈ। ਪਰ ਇਹ ਜਿਹੜਾ ਮਨ ਨੂੰ ਦੱਸਿਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ, ਤੂੰ ਹੋਰ ਕਿਸੇ ਪਾਸੇ ਨਾ ਭੱਜਾ ਫਿਰ। ਇਹ ਜਿਹੜੇ ਪਾਸੇ ਤੂੰ ਲੱਗਿਆ, ਜਿਹਨੂੰ ਤੂੰ ਸਮਝ ਰਿਹਾ, ਜਿਹੜੇ ਪਾਸੇ ਬਾਰ-ਬਾਰ ਜਾ ਕੇ ਲੱਗਦਾ ਹੈ, ਤੇਰੇ ਨਾਲ ਨਿਭਣਾ ਨਹੀਂ ਹੈ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ 5 ਜਨਾ। ਸਭ ਖਤਮ ਹੋ ਜਾਣਾ। ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਏ। ਕੀ ਜੀ ਲਾ ਕੇ ਬੈਠਾ, ਕੀ ਤੂੰ ਚਿੱਤ ਲਾ ਕੇ ਬੈਠਾ, ਇਹ ਚੀਜ਼ਾਂ ਨਿਭੜੀਆਂ ਨਹੀਂ ਤੇਰੇ ਨਾਲ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਮਝ ਕਿ ਤੇਰੇ ਨਾਲ ਕਿਹੜੀ ਚੀਜ਼ ਨਿਭਣੀ ਹੈ, ਉਹ ਕੰਮ ਕਰ। ਇਸ ਤਰ੍ਹਾਂ ਨਾ ਹੋਏ ਸਾਰੀ ਜ਼ਿੰਦਗੀ, ਸਾਰਾ ਜਨਮ ਤੇਰਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚ ਲੰਘ ਜੇ ਤੇ ਅੰਤ ਵੇਲੇ ਤੈਨੂੰ ਪਛਤਾਉਣਾ ਪਵੇ। ਅੰਤੇ ਤੱਤੇ ਨੂੰ ਸਿਹਾਰੀ ਹੈ, ਅੰਤ ਕਾਲ ਤੱਕ। ਜਿੱਥੇ ਤੱਤੇ ਨੂੰ ਸਿਹਾਰੀ ਆ ਜਾਏਗੀ, ਉਹਦਾ ਮਤਲਬ ਹੈ ਅੰਤ ਕਾਲ ਤੱਕ। ਇਹ ਬਿਲਕੁਲ ਨਾ ਕਰੀ ਇਸ ਤਰ੍ਹਾਂ। ਮਨ ਨੂੰ ਸਮਝਾ ਰਿਹਾ ਕਿ ਇਦਾਂ ਨਾ ਹੋਏ ਕਿ ਅੰਤ ਕਾਲ ਤੱਕ ਤੂੰ ਇੱਧਰ ਹੀ ਚਿੰਬੜਿਆ ਰਵੇਂ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਉਪਦੇਸ਼ ਸੱਸੇ ਨੂੰ ਔਂਕੜ ਹੈ, ਕੇਵਲ ਤੇ ਕੇਵਲ ਇੱਕੋ ਉਪਦੇਸ਼ ਹੈ, ਉਹ ਹੈ ਨਾਮ। ਗੁਰਬਾਣੀ ਵੀ ਉਪਦੇਸ਼ ਹੈ, ਲੇਕਿਨ ਸਤਿਗੁਰੂ ਦਾ ਇੱਕੋ ਜਿਹੜਾ ਉਪਦੇਸ਼ ਹੈ, ਇੱਕੋ ਸਿੱਖਿਆ, ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇਹ ਉਪਦੇਸ਼ ਤੇਰੇ ਨਾਲ ਨਿਭੇਗਾ, ਸਦਾ ਨਿਭੇਗਾ। ਮੈਂ ਕਹਿੰਦੇ ਉਸ ਉਪਦੇਸ਼ ਨੂੰ ਕੀ ਕਰਦਾ, ਕਹੈ। ਮੈਂ ਉਹਨੂੰ ਕਹਿ ਰਿਹਾ, ਕਹੈ ਨਾਨਕ। ਨਾਲੇ ਮਨ ਨੂੰ ਸਮਝਾ ਰਿਹਾ, ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਤੂੰ ਬਸ ਹੁਣੇ ਨਾਮ ਹੀ ਜਪਦਾ ਰਹੋ, ਨਾਮ ਵਾਲੇ ਪਾਸਿਓਂ ਨਾ ਹਟ। ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਬੇਖਮ ਕਰਨਾ। ਅੱਗੇ ਉਹ ਵੱਖਰਾ ਬ੍ਰਿਗੇਡ ਹੈ, ਇੱਕ ਪੂਰਾ ਤੁਰਿਆ ਫਿਰਦਾ। ਉਹਦਾ ਭੈ ਖਾ। ਬੜਾ ਇਹਨੂੰ ਸਿੰਪਲ ਕਰਕੇ ਇੱਕ ਵਾਰ ਫੇਰ ਪੜ੍ਹ ਲੈਂਦੇ ਆ ਇਹਨੂੰ।
शायद कोई भुलेखा किसी दा रह गया होए। ए मन प्यारिया तू सदा सच संभाले। मना तू अठो पैर नाम ही जप, सदा सच बोलो, सच नाम करतार। सच है ही नाम है। ए मन प्यारिया तू सदा सच संभाले, नाम जप जप के मन नू, मन खड़ा हो तू, खड़ा हो ना भज्या फिर। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਜਿਹਦੀ ਮਾਇਆ ਦੇ ਵਿੱਚ ਫਸ ਕੇ, ਪੰਜਾਂ ਦੀ ਮਾਇਆ ਦੇ ਵਿੱਚ ਫਸ ਕੇ ਤੂੰ ਦੌੜਾ ਫਿਰਦਾ, ਭੱਜਿਆ ਫਿਰਦਾ, ਉਹ ਤੇਰੇ ਨਾਲ ਨਹੀਂ ਨਿਭਣਾ। ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ। ਜਦੋਂ ਨਾਲ ਹੀ ਨਹੀਂ ਜਾਣਾ ਤੇ ਉਹਦੇ ਨਾਲ ਚਿੱਤ ਕਿਉਂ ਲਾਉਣਾ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਐਸਾ ਨਾ ਹੋਵੇ ਕਿ ਤੂੰ ਅਖੀਰ ਤੱਕ ਇਹੋ ਮਾਇਆ 'ਚ ਹੀ ਰੁੱਝਿਆ ਰਵੇ ਤੇ ਤੈਨੂੰ ਫਿਰ ਪਛਤਾਉਣਾ ਪਵੇ। ਕੀ ਕਰ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਤੂੰ ਉਹ ਨਾਮ ਦੀ ਬਾਤ ਸੁਣ, ਨਾਮ ਦੀ ਗੱਲ ਸੁਣ, ਨਾਮ ਦਾ ਅਭਿਆਸ ਕਰ, ਜਿਹਨੇ ਤੇਰੇ ਨਾਲ ਨਿਭਣਾ। ਕਹਿੰਦੇ ਮੈਂ ਵੀ ਕਰ ਰਿਹਾ, ਕਹੈ ਨਾਨਕ ਮੈਂ ਵੀ ਕਹਿ ਰਿਹਾ ਉਸ ਨਾਮ ਨੂੰ ਨਾਲ ਨਾਲ। ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਹੋਰ ਮਨ ਨੂੰ ਸਮਝਾਈ ਜਾਂਦਾ, ਨਾਮ ਜਪ ਜਪ ਕੇ ਹੀ ਮਨ ਨੂੰ ਸਮਝਾਈ ਜਾਂਦਾ, ਸਾਧੀ ਜਾਂਦਾ ਬਈ ਇੱਕ ਨਾਮ ਤੋਂ ਬਿਨਾ ਦੂਜੀ ਗੱਲ ਤੇਰੇ ਨਾਲ ਨਹੀਂ ਚੱਲੇਗੀ, ਨਹੀਂ ਨਿਭੇਗੀ, ਨਹੀਂ ਸਹਾਈ ਹੋਏਗੀ। ਇੱਥੇ 11ਵਾਂ ਅੰਕ ਪੂਰਾ ਹੁੰਦਾ। ਅਗਮ ਗੋਚਰਾ तेरा अंत न पाया। अगम अगोचर जिदे तक पहुंच ना की जा सके। अगम अगोचर जिदे तक पहुंच ना की जा सके, जिन्हों फड़िया ना जा सके, ओदी वडियाई कर दे भी तेरा अंत नहीं पाया जा सकता। अंतों ना पाया किने तेरा अपना आप तू जाने। तू अपने असल स्वरूप नू आप ही जानदा है। और कोई भी जीव तेरा अखीर नहीं भाल सकिया, अखीर नहीं लभ सकिया। वाहिगुरु वाहिगुरु वाहिगुरु। ਹੁਣ ਅਗਮ ਗੋਚਰ ਜਿਹੜਾ ਹੈ ਉਹ ਫੜਿਆ ਨਹੀਂ ਜਾ ਸਕਦਾ, ਉਹਦੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ। ਕਹਿੰਦੇ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ, ਆਪਣੇ ਸਤਿਗੁਰ ਕਹਿ ਬਲਹਾਰੀ। ਹਰ ਬਿਨ ਜੀਰਾ ਰਹਿ ਨਾ ਸਕੈ, ਜਿਉ ਬਾਲਕ ਖੀਰ ਆਧਾਰੀ। ਇੱਥੋਂ ਤੱਕ ਜਾਣਾ ਪਊਗਾ। ਜਿੱਦਾਂ ਬੱਚੇ ਨੂੰ ਦੁੱਧ ਬੜਾ ਜ਼ਰੂਰੀ ਹੁੰਦਾ, ਇਸ ਤਰ੍ਹਾਂ ਨਾਮ ਅਭਿਆਸੀ ਵਾਸਤੇ ਨਾਮ ਦਾ ਜਪਣਾ ਬੜਾ ਜ਼ਰੂਰੀ ਹੈ। ਤੇ ਉਹ ਜਿਹੜਾ ਅਗਮ ਅਗੋਚਰ ਹੈ, ਉਹਨੂੰ ਗੁਰਮੁਖ ਸਿਸਟਮ ਦੇ ਵਿੱਚ ਆ ਕੇ ਪਾਇਆ ਜਾ ਸਕਦਾ। ਇੱਥੇ ਕਹਿ ਰਹੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਇਹ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਸ ਅਗਮ ਅਗੋਚਰ ਨੂੰ ਪਾਇਆ ਜਾ ਸਕਦਾ। ਅਗਮ ਅਗੋਚਰ ਪ੍ਰਭ ਗੁਰਮੁਖੇ ਪਾਈਏ, ਗੁਰੂ ਦੇ ਜ਼ਰੀਏ, ਗੁਰੂ ਦੇ ਸਿਸਟਮ ਦੇ ਜ਼ਰੀਏ ਆਪਣੇ ਸਤਿਗੁਰ ਕਹਿ ਬਲਿਹਾਰੀ। ਨਾਮ ਜਪਣਾ ਪੈਣਾ, ਬਲਿਹਾਰੀ ਕੁਰਬਾਨ, ਬਲ ਹਾਰ ਕੇ ਨਾਮ ਅਭਿਆਸ ਕਰਨਾ ਪੈਣਾ। ਆਪਣੀ ਚਤਰਾਈ ਛੱਡ ਕੇ, ਆਪਣਾ ਬਲ ਛੱਡ ਕੇ ਨਾਮ ਅਭਿਆਸ ਕਰਨਾ ਪੈਣਾ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਤੇਰਾ ਕੋਈ ਅੰਤ ਨਹੀਂ ਹੈ। ਇਹ ਸਰਲ ਗੱਲ ਨਹੀਂ ਹੈ। ਤੂੰ ਅਪਹੁੰਚ ਹੈ, ਤੂੰ ਫੜਿਆ ਨਹੀਂ ਜਾ ਸਕਦਾ। ਪਰ ਕਹਿੰਦੇ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ, ਆਪਣੇ ਸਤਿਗੁਰ ਕਹਿ ਬਲਿਹਾਰੀ। ਨਾਮ ਅਭਿਆਸ ਬੜਾ ਜ਼ਰੂਰੀ ਹੈ, ਬੜਾ ਜ਼ਰੂਰੀ ਹੈ।
ਨਾਮ ਅਭਿਆਸ ਤੋਂ ਬਿਨਾ ਨਾ ਇਹ ਗਿਆਨ ਸੰਭਵ ਹੋਏਗਾ, ਨਾ ਇਹ ਗਿਆਨ ਦੀ ਸੂਝ-ਬੂਝ ਸਮਝ ਹੋਏਗੀ। ਗਿਆਨ ਸਾਡੇ ਸਾਹਮਣੇ ਲਿਖਿਆ ਵੀ ਪਿਆ, ਲੇਕਿਨ ਇਹਦੇ ਅਰਥ ਸਾਨੂੰ ਡੂੰਘੇ ਨਹੀਂ ਪਤਾ ਲੱਗਣਗੇ। ਇਹਦਾ ਅਭਿਆਸ, ਬਾਣੀ ਦਾ ਅਭਿਆਸ ਵੀ ਬੜਾ ਜ਼ਰੂਰੀ ਹੈ। ਬਾਣੀ ਦਾ ਅਭਿਆਸ ਟਪਲਾ ਖਾ ਜਾਾਂਗੇ ਅਸੀਂ। ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ। ਇਹਦੇ ਅਰਥ ਪਤਾ ਕੀ ਕਰਦੇ ਆ, ਜੋ ਸਾਨੂੰ ਸੁਣਾਏ ਜਾਂਦੇ ਆ। ਕਹਿੰਦੇ ਜੀ ਦਿਹਾੜੀ 'ਚ 100 ਵਾਰ ਆਪਣੇ ਗੁਰੂ ਤੋਂ ਬਲਿਹਾਰੀ ਜਾਓ। ਮਹੱਲੇ ਪਹਿਲੇ ਦੀ ਬਾਣੀ ਹੈ। ਕਿ ਮੈਂ ਸਿਰਫ ਇੱਕ ਐਗਜ਼ਾਮਪਲ ਦੇਣ ਲੱਗਾ ਕਿ ਗਿਆਨ ਸਾਡੇ ਸਾਹਮਣੇ ਲਿਖਿਆ ਵੀ ਪਿਆ, ਲੇਕਿਨ ਉਸ ਗਿਆਨ 'ਚ ਅਸੀਂ ਕਿੱਦਾਂ ਮਨ ਨੂੰ ਯਕੀਨ ਹੋਵੇ ਵੀ ਵਾਕਿਆ ਹੀ ਇਹ ਗੱਲ ਕਹੀ ਜਾ ਰਹੀ ਹੈ, ਵਾਕਿਆ ਹੀ ਸਾਨੂੰ ਇਹ ਦੱਸਿਆ ਜਾ ਰਿਹਾ। ਹੁਣ ਬਲਹਾਰਨਾ, ਬਲ ਹਾਰਨਾ ਤੇ ਅੱਗੇ ਕਹਿੰਦੇ ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ। ਦਿਹਾੜੀ ਦੇ ਵਿੱਚ 100 ਵਾਰੀ, ਦਿਹਾੜੀ ਦੇ ਵਿੱਚ 100 ਵਾਰੀ ਦਾ ਮਤਲਬ ਕੋਈ ਇਦਾਂ 100 ਵਾਰੀ ਨਹੀਂ ਹੈ। 100 ਵਾਰੀ ਦਾ ਮਤਲਬ ਬੇਅੰਤ, ਮੈਕਸਿਮਮ ਦਿਹਾੜੀ ਦੇ ਵਿੱਚ। ਹੁਣ ਇਹ ਕਿੱਦਾਂ ਹੋ ਜੂ ਅਭੀ ਦਿਹਾੜੀ ਦੇ ਵਿੱਚ? ਜਿੱਥੇ ਵੀ ਕਿਤੇ ਗੁਰਬਾਣੀ ਦੇ ਵਿੱਚ, ਮੈਂ ਸ਼ਬਦ ਇੱਕ ਸਕਿੰਟ ਵਾਸਤੇ ਕੱਢਣ ਲੱਗਾ, ਸ਼ੇਅਰ ਕਰਦਾ। ਜਿੱਥੇ ਵੀ ਕਿਤੇ ਸਾਨੂੰ ਉਪਦੇਸ਼ ਆਇਆ, ਉੱਥੇ ਦਿਨ ਰਾਤੀ ਆਇਆ। ਦਿਨ ਰਾਤੀ ਕਿਤੇ ਵੀ ਇਕੱਲਾ ਨਹੀਂ ਆਇਆ ਬਈ ਇੱਕ ਦਿਨ ਵਿੱਚ ਨਾਮ ਜਪੋ ਤੇ ਰਾਤ ਨੂੰ ਸੌਂ ਜਾਓ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਹੁਣ ਇੱਥੇ ਕੀ ਲਿਖਿਆ? ਮੈਂ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ 100 ਵਾਰੀ ਸਦਕੇ ਹੁੰਦਾ। ਕਿੱਦਾਂ ਸਦਕੇ ਹੋਣਾ ਬਈ? ਕੋਈ ਬੈਰੀਅਰ ਲੱਗਾ ਜਾਂ ਕੋਈ ਬੈਰੀਕੇਡ ਲੱਗਾ ਵੀ ਉਹਨੂੰ ਟੱਪੀ ਜਾਵਾਂਗੇ, ਸਦਕੇ ਜਾਈ ਜਾਵਾਂਗੇ, ਬਲਿਹਾਰੀ ਜਾਈ ਜਾਵਾਂਗੇ ਉਹਦੇ, ਜਾਂ ਕੋਈ ਹੋਰ ਐਕਸਰਸਾਈਜ਼ ਕਰੀ ਜਾਵਾਂਗੇ। ਸ਼ਲੋਕ ਮਹੱਲਾ ਪਹਿਲਾ ਇਹ ਹੈ, ਗੁਰੂ ਦੇ ਅੱਗੇ ਬਲ ਹਾਰਨਾ ਤੇ ਗੁਰੂ ਦੇ ਅੱਗੇ ਦਿਓ ਹਾੜੀ। ਹਾੜਾ ਕਹਿੰਦੇ ਤਰਲੇ ਨੂੰ, ਮਿੰਨਤ ਨੂੰ। ਕਹਿੰਦੇ ਉਹਦੇ ਅੱਗੇ ਮਿੰਨਤਾਂ ਕਰਨੀਆਂ ਪੈਣੀਆਂ ਨੇ, ਤਰਲਾ ਪਾਉਣਾ ਪੈਣਾ। ਉਹ ਪਾਵਰ ਹੀ ਇੰਨੀ ਵੱਡੀ ਹੈ ਕਿ ਉਹਦੇ ਅੱਗੇ ਮਿੰਨਤ ਪਾਉਣ ਤੋਂ, ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਉਹ ਸ਼ਕਤੀ ਹੀ ਇੰਨੀ ਵੱਡੀ ਹੈ। ਕਿੰਨੀ ਵੱਡੀ? ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਕਿੰਟ ਵਿੱਚ ਬੰਦੇ ਨੂੰ ਦੇਵਤਾ ਬਣਾ ਦਿੰਦੀ ਹੈ। ਬੰਦੇ ਦੀ ਅਵਸਥਾ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਉਹਦੇ ਅੱਗੇ ਬਲ ਹਾਰਨਾ, ਆਪਣੀ ਤਾਕਤ ਹਾਰਨੀ ਹੈ। ਇਹ ਨਹੀਂ ਹੈ ਵੀ ਦਿਹਾੜੀ 'ਚ 100 ਵਾਰੀ ਸਦਕੇ ਜਾਣਾ। ਉਹਦੇ ਅੱਗੇ ਆਪਣਾ ਬਲ ਹਾਰਨਾ। ਬਲ ਹਾਰ ਕੇ ਫਿਰ, ਕਿਉਂਕਿ ਜੇ ਬਲ ਹਾਰਿਆ ਹੋ ਤਾਂ ਹੀ ਮਿੰਨਤਾਂ ਕਰਾਂਗੇ। ਇੱਕ ਗਰੀਬ ਦਾ ਅਮੀਰ ਅੱਗੇ ਜ਼ੋਰ ਨਹੀਂ ਹੁੰਦਾ, ਉਹਦੇ ਅੱਗੇ ਹੱਥ ਜੋੜ ਕੇ ਖੜਾ ਹੁੰਦਾ। ਕਿਉਂਕਿ ਉਹ ਅਮੀਰ ਹੈ। ਆ ਵੱਡੇ ਵੱਡੇ ਜਿੰਨੇ ਆ ਬਾਲੀਵੁੱਡ ਦੇ, ਦੇਖੋ ਨਿਊਜ਼ ਵੀ ਆਈ ਹੈ, ਕਈਆਂ ਨੇ ਸ਼ੇਅਰ ਵੀ ਕੀਤੀ ਮੇਰੇ ਨਾਲ। ਅਮਿਤਾਭ ਬੱਚਨ, ਵੱਡੇ ਵੱਡੇ ਐਕਟਰ ਹੋਰ ਆ, ਸ਼ਾਹਰੁਖ ਖਾਨ, ਅੰਬਾਨੀ ਦੇ ਅੱਗੇ ਹੱਥ ਜੋੜ ਕੇ ਖੜੇ ਹੁੰਦੇ ਆ। ਈਵਨ ਉਹਦੇ 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 ਬੱਚੇ ਦੇ ਵਿਆਹ 'ਚ ਉਹ ਮਠਾਈਆਂ ਵਰਤਾ ਰਹੇ ਸੀ। ਐਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿਣ ਵਾਲੇ ਸਟਾਰ। ਕਿਉਂ? ਕਿਉਂਕਿ ਉਹ ਬੰਦਾ ਬੜਾ ਪਾਵਰਫੁਲ ਆ ਅੱਗੇ। ਉਹਨੇ ਹੱਥ 'ਚ ਕੀਤੇ ਆ ਆਪਣੇ ਸਾਰੇ। ਉਹਨਾਂ ਨੂੰ ਕੰਮ ਹੀ ਤਾਂ ਮਿਲਣਾ ਜੇ ਉਹ ਬੰਦੇ ਦੀ ਰਜ਼ਾ ਹੋਏਗੀ। ਇਹਨੂੰ ਕਹਿੰਦੇ ਵੀ ਉਹਦੇ ਅੱਗੇ ਜ਼ੋਰ ਨਹੀਂ ਚੱਲ ਸਕਦਾ। ਉਹ ਬਲ ਹਾਰਨਾ ਹੀ ਪਊ ਉਹਦੇ ਅੱਗੇ। ਸੋ ਇੱਥੇ ਅਸੀਂ ਅਕਾਲ ਪੁਰਖ ਦੀ ਗੱਲ ਕਰ ਰਹੇ ਹਾਂ। ਬਲ ਹਾਰਨਾ, ਬਲਹਾਰੀ ਜਾਣਾ, ਮਤਲਬ ਆਪਣੀ ਤਾਕਤ ਉਹਦੇ ਅੱਗੇ ਖਤਮ ਕਰ ਦੇਣੀ। ਬਲ ਹਾਰ ਜਾਣਾ ਕਿਸ ਤਰ੍ਹਾਂ? 100 ਵਾਰੀ ਤਰਲੇ ਹੀ ਤਰਲੇ, ਮਿੰਨਤਾਂ ਹੀ ਮਿੰਨਤਾਂ ਕਰਨੀ।
ਅਰੇ ਕਹਿੰਦੇ ਜੀ ਮੈਂ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ 100 ਵਾਰੀ ਸਦਕੇ ਹੁੰਦਾ। ਕਮਾਲ ਹੋ ਗਈ ਬਈ। ਸੋ ਇਹ ਗਿਆਨ ਵੀ ਸਾਡੇ ਸਾਹਮਣੇ ਹੈ, ਲੇਕਿਨ ਇਸ ਗਿਆਨ 'ਚ ਚੁੱਭੀ ਕਿਵੇਂ ਮਾਰਨੀ ਹੈ, ਇਹਨੂੰ ਪੜ੍ਹ ਕੇ ਕਿਸ ਤਰ੍ਹਾਂ ਇਹਦੇ ਚੋਂ ਆਪਾਂ ਐਕਸਟ੍ਰੈਕਟ ਕੱਢਣਾ, ਉਹ ਵੀ ਬੜਾ ਸਾਨੂੰ ਸਮਾਂ ਦੇਣਾ ਪਏਗਾ। ਨਾਮ ਅਭਿਆਸ ਦੇ ਨਾਲ ਬਾਣੀ ਦੀ ਜਿਹੜੀ ਸੰਗਤ, ਬਾਣੀ ਨੂੰ ਸਮਾਂ, ਬਾਣੀ ਦੀ ਡਿਸਕਸ਼ਨ, ਬਾਣੀ ਦੀ ਵਿਚਾਰ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਅਸੀਂ ਭੁਲੇਖਾ ਖਾ ਜਾਾਂਗੇ। ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ। ਤੇਰੇ ਬਾਰੇ ਤੇ ਤੈਨੂੰ ਹੀ ਪਤਾ ਕਿੱਦਾਂ ਦਾ ਤੇਰਾ ਸਰੂਪ ਹੈ, ਸਾਨੂੰ ਤੇ ਹਲੇ ਕੁਛ ਨਹੀਂ ਪਤਾ। ਸਾਨੂੰ ਤੇਰੇ ਬਾਰੇ, ਤੇਰੇ ਤੱਕ ਪਹੁੰਚ ਹੀ ਨਹੀਂ ਹੈ ਸਾਡੀ, ਤੇ ਸਾਨੂੰ ਤੇਰੇ ਬਾਰੇ ਪਤਾ ਕਿਵੇਂ ਲੱਗੇ? ਅਸੀਂ ਤੇ ਆਪ ਚਤਰਾਈਆਂ ਕਰੀ ਜੰਨੇ ਆ ਜੀ। ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਹਰ ਜੀ ਜੰਤ ਤੇਰੀ ਖੇਲ ਦੇ ਵਿੱਚ ਮੌਜੂਦ ਹੈ। ਹਰ ਜੀ ਜੰਤ ਤੇਰਾ ਰਚਿਆ, ਉਹ ਖੇਲ ਵੀ ਤੇਰਾ ਰਚਿਆ ਹੋਇਆ। ਤੇਰੇ ਗੁਣਾਂ ਨੂੰ ਉਹ ਕਿੱਦਾਂ ਬਿਆਨ ਕਰੇਗਾ? ਉਹਦੀ ਪਾਵਰ ਹੀ ਨਹੀਂ ਹੈ, ਸ਼ਕਤੀ ਹੀ ਨਹੀਂ ਹੈ ਉਹਦੀ, ਉਹਦਾ ਇੰਨਾ ਸਟੈਂਡਰਡ ਹੀ ਨਹੀਂ ਕਿ ਉਹ ਤੇਰੇ ਖੇਲ ਨੂੰ ਜਾਣ ਸਕੇ। ਆਖੇ ਤਾਂ ਵੇਖੇ ਸਭ ਤੂੰ ਹੈ, ਜਿਨ ਜਗਤ ਉਪਾਇਆ। ਹਰੇਕ ਜੀਵ ਦੇ ਵਿੱਚ ਤੂੰ ਆਪ ਹੀ ਬੋਲ ਰਿਹਾ ਹੈ, ਆਪ ਹੀ ਉਹਦੇ ਵਿੱਚੋਂ ਵੇਖ ਰਿਹਾ ਹੈ। ਕਹੈ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਪਰ ਕਹਿੰਦੇ ਮੈਂ ਕੀ ਕਰ ਰਿਹਾ? ਮੈਂ ਤੇਰੇ ਹੁਕਮ ਦੇ ਵਿੱਚ ਆ ਕੇ ਤੇਰੇ ਘਰ ਦੇ ਨਾਮ ਨੂੰ ਕਹਿ ਰਿਹਾ। ਕਹੈ ਨਾਨਕ, ਨਾਨਕ ਜੋਤ ਹੈ ਇੱਥੇ। ਕਹੈ ਹਾਹੇ ਨੂੰ ਦੋ ਲਾਵਾਂ ਨੇ, ਕਹਿੰਦੇ ਮੈਂ ਵੀ ਉਸ ਨਾਮ ਨੂੰ ਕਹਿ ਰਿਹਾ, ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਵਾਕਈ ਤੂੰ ਪਹੁੰਚ ਹੈ, ਤੇਰੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਸਿਰਫ ਜਿਹੜਾ ਤੇਰਾ ਇੱਕ ਹੁਕਮ ਹੈ, ਮੈਂ ਉਸ ਹੁਕਮ ਨੂੰ ਜਪੀ ਜਾ ਰਿਹਾ, ਮੈਂ ਉਸ ਹੁਕਮ ਦਾ ਅਭਿਆਸ ਕਰੀ ਜਾ ਰਿਹਾ। ਅੰਕ ਨੰਬਰ 12 ਇੱਥੇ ਪੂਰਾ ਹੁੰਦਾ। ਅਗਲਾ ਅੰਕ ਬੜਾ ਇੰਟਰਸਟਿੰਗ ਸ਼ੁਰੂ ਹੋਣਾ। ਅਗਲੇ ਹਫਤੇ ਆਪਾਂ ਇਹਦੀ ਵਿਚਾਰ ਆਰੰਭ ਕਰਾਂਗੇ। ਇੱਥੇ ਅੱਜ ਦੀ ਵਿਚਾਰ ਦੀ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।